ਪ੍ਰਭ ਦਾਤੋ ਦਾਤਾਰ, ਪਰਿਓ ਜਾਜ ਕਿਕ ਸਰਨਾ। ਮਿਲੈ ਦਾਨ ਸੰਤਰੇਨ, ਜਿਹ ਲਗ ਭੋਜਲ ਤਰਨਾ। ਬੇਨਤ ਕਰੋ ਅਰਦਾਸ, ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਤੁਮਰੀ ਸਰਣ ਤੁਮਹਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰੈ। ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨ ਮਿਟਈ ਕਾਮ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਸੁਣ ਪਰਤਾਪ ਗੋਵਿੰਦ, ਨਿਰਭਉ ਭਏ ਮਨ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ, ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਸੰਤ ਜਨਾ ਸਿਉ ਸੰਗ, ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਪਾਂ ਜੋ ਇਹ ਪਾਵਨ ਪਵਿੱਤਰ ਫਰਮਾਨ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਿਆ ਸਰਵਣ ਕੀਤਾ ਹੈ, ਇਹਦੀ ਭੂਮਿਕਾ ਦੀ ਵਿਚਾਰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕਾਂਸ਼ੀ ਦਾ ਰਹਿਣ ਵਾਲਾ ਇੱਕ ਵਿਜੇ ਰਾਮ ਪੰਡਤ ਜਿਹੜਾ ਬਹੁਤ ਬਰੋਡ ਮਾਈਂਡਡ ਸੀ, ਵਿਸ਼ਾਲ ਦਿਲ ਸੀ। ਇਹ ਲਫ਼ਜ਼ ਮੈਂ ਤਾਂ ਕਹੇ ਨੇ, ਆਮ ਵੇਖਣ ਵਿੱਚ ਆਉਂਦਾ ਕਿ ਕਈ ਲੋਕ ਧਾਰਮਿਕ ਹੋਣ ਦਾ ਦਾਅਵਾ ਤਾਂ ਕਰਦੇ ਨੇ, ਲੇਕਿਨ ਦੂਜੇ ਧਰਮਾਂ ਨੂੰ ਬਰਦਾਸ਼ਤ ਨਹੀਂ ਕਰਦੇ। ਜਿਹੜੇ ਦੂਜੇ ਧਰਮਾਂ ਨੂੰ ਬਰਦਾਸ਼ਤ ਕਰਦੇ ਪੜ੍ਹੇ ਲਿਖੇ ਲੋਕ, ਉਹਨਾਂ ਨੂੰ ਬਰੋਡ ਮਾਈਂਡਡ ਕਹਿੰਦੇ ਨੇ। ਕਾਂਸ਼ੀ ਜੋ ਉਸ ਮੌਕੇ ਹਿੰਦੁਸਤਾਨ ਦੀ ਅਧਿਆਤਮਿਕ ਵਿਦਿਆ ਦਾ ਮੁੱਖ ਕੇਂਦਰ ਸੀ, ਉੱਥੋਂ ਦਾ ਰਹਿਣ ਵਾਲਾ ਉਹ ਵਿਚਾਰਵਾਨ ਵਿਦਵਾਨ ਪੰਡਤ ਵਿਜੇ ਰਾਮ ਮਾਨਸਿਕ ਤੌਰ ਤੇ ਸੰਤੁਸ਼ਟ ਨਹੀਂ। ਗੁਰਮੁਖੋ ਦੁਨੀਆ ਦੇ ਜਿੰਨੇ ਧਰਮ ਨੇ, ਮੈਂ ਆਮ ਤਕਰੀਬਨ ਬੇਨਤੀ ਕਰਦਾ ਰਹਿਣਾ ਹੈ, ਧਰਮ ਮਾੜਾ ਹੁੰਦਾ ਹੀ ਨਹੀਂ। ਅਗਰ ਜੇ ਮਾੜਾ ਤੇ ਧਰਮ ਨਹੀਂ, ਕਿਉਂਕਿ ਧਰਮ ਦੀ ਵਿਆਖਿਆ ਸਾਡੇ ਬਜ਼ੁਰਗ ਵਿਦਵਾਨ ਵਿਚਾਰਵਾਨ ਕਰਦੇ ਨੇ, ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜੇ ਉਹਨੂੰ ਕਹਿੰਦੇ ਧਰਮ। ਰਿਲੀਜਨ, ਰੀਲੈਜਨ, ਰੀ ਦੁਬਾਰਾ ਤੇ ਲੈਜਨ ਜੋੜਨਾ, ਜਸਟ ਲਾਈਕ ਹੋਮਿਓਪੈਥੀ ਹੈ, ਐਲੋਪੈਥੀ ਹੈ, ਦੇਸੀ ਆਪਾਂ ਦਵਾਈਆਂ ਵਰਤਦੇ ਹਾਂ। ਇਲਾਜ ਤਾਂ ਸਾਰਿਆਂ, ਮੇਨ ਕਾਰਨ ਸਾਰਿਆਂ ਦਾ ਇੱਕ ਹੈ ਵੀ ਬੰਦਾ ਤੰਦਰੁਸਤ ਹੋ ਜਾਏ। ਕਿਸੇ ਅੰਗਰੇਜ਼ੀ ਦਵਾਈ ਖਾ ਲਈ, ਕਿਸੇ ਦੇਸੀ ਖਾ ਲਈ, ਕਿਸੇ ਹੋਮਿਓਪੈਥੀ ਖਾ ਲਈ। ਇਸੇ ਪ੍ਰਕਾਰ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਈਸਾਈ ਹੈ, ਭਾਵੇਂ ਕੋਈ ਸਿੱਖ ਹੈ, ਸਾਡਾ ਮੇਨ ਕਾਰਨ ਮਨ ਨੂੰ ਦਾ ਇਲਾਜ ਕਰਨਾ ਹੈ, ਮਨ ਦੀ ਭੜਕਣਾ ਨੂੰ ਮੇਟਣਾ ਹੈ। ਧਰਮ ਕੋਈ ਵੀ ਮਾੜਾ ਨਹੀਂ, ਲੇਕਿਨ ਗੁਰੂ ਨਾਨਕ ਦੇ ਮੱਤ ਵਿੱਚ ਵਿਸ਼ੇਸ਼ ਵਾਧਾ, ਇੱਥੇ ਹਰ ਇੱਕ ਨੂੰ ਬਰਾਬਰ ਆਉਣ ਦਾ ਹੱਕ ਹੈ। ਮੈਂ ਕਿਸੇ ਦਾ ਨਾਂ ਨਾ ਲਵਾਂ, ਉਹ ਠੀਕ ਨਹੀਂ। ਕਈ ਇਹੋ ਜਿਹੇ ਧਰਮ ਅਸਥਾਨ ਨੇ ਵੀ ਉੱਥੇ ਦੂਜੇ ਮੱਤ ਵਾਲਾ ਬੰਦਾ ਐਂਟਰੀ ਨਹੀਂ ਕਰ ਸਕਦਾ। ਇੱਥੋਂ ਤੱਕ ਕਈ ਧਾਰਮਿਕ ਅਸਥਾਨਾਂ 'ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਜਾਣ ਦੀ ਆਗਿਆ ਨਹੀਂ, ਲੇਕਿਨ ਇਹ ਗੁਰੂ ਘਰ ਹੈ ਜਿੱਥੇ ਸਾਈਂ ਮੀਆਂ ਮੀਰ ਆਵੇ, ਜਿੱਥੇ ਭੀਖਣ ਸ਼ਾਹ ਫਕੀਰ ਆਵੇ, ਜਿੱਥੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਕੁਰਬਾਨ ਕਰਾ ਕੇ ਕਲਗੀਧਰ ਪਾਤਸ਼ਾਹ ਦੇ ਕੋਲੋਂ ਕੰਘਾ ਤੇ ਕੇਸ ਮੰਗਦਾ ਹੈ। ਇਹ ਇਤਿਹਾਸ ਹੈ, ਮੇਰੀ ਬਣਾਈ ਗੱਲ ਨਹੀਂ। ਇਤਿਹਾਸ ਪੁੱਤ ਵਾਰੇ, ਭਰਾ ਵਾਰਿਆ, ਸਾਲਾ ਕੁਰਬਾਨ ਹੋਇਆ ਤੇ ਕਲਗੀਧਰ ਬਾਪੂ ਨੇ ਆਖਿਆ, ਬਦਰਦੀਨਾ ਜੋ ਮੰਗਣਾ ਮੰਗ, ਮਾਲਕਾ ਜੇ ਤਰੁੱਠਾ ਹੈ ਨਾ, ਮੈਨੂੰ ਸਣੇ ਕੇਸਾਂ ਦੇ ਕੰਘਾ ਦੇ ਦੇ। ਇਹ ਕੇਸ ਦੀ ਕੰਘਾ ਕੀ ਕਰੇਗਾ? ਮੇਰੇ ਮਾਲਕਾ ਜੇ ਮੈਨੂੰ ਪੁੱਛ ਕੇ ਵੇਖੇ ਨਾ, ਇਹਦੇ ਚੋਂ ਤੇਰੇ ਦੀਦਾਰ ਹੋਣਗੇ। ਤੇ ਕਦੇ ਉਸ ਕੇਸ ਦੇ ਸੰਬੰਧ ਵਿੱਚ ਭਾਈ ਨੰਦ ਲਾਲ ਸਿੰਘ ਕਹਿੰਦਾ ਵੀ ਮੇਰੇ ਮਾਲਕਾ ਜੇ ਮੈਨੂੰ ਪੁੱਛੇ ਨਾ ਵੀ ਤੇਰੇ ਕੇਸਾਂ ਦੀ ਕੀ ਕੀਮਤ ਹੈ, ਤੇ ਮੇਰੇ ਮਨ ਦੀ ਭਾਵਨਾ ਹੈ ਕਿ ਤੇਰੇ ਇੱਕ ਕੇਸ ਤੋਂ 2 ਲੋਕ ਵਾਰੇ ਜਾ ਸਕਦੇ ਹਨ। ਇਹ ਬਕਾਇਦਾ ਲਿਖਿਆ ਭਾਈ ਨੰਦ ਲਾਲ ਜੀ ਨੇ ਆਪਣੀ ਲਿਖਤ ਵਿੱਚ। ਇਸ ਪਾਸੇ ਮੈਂ ਨਾ ਜਾਵਾਂ। ਵਿਜੇ ਰਾਮ ਵਿਚਾਰਵਾਨ ਪੰਡਤ ਸੀ। ਮਨ ਵਿੱਚ ਕੋਈ ਸ਼ੰਕੇ ਨਹੀਂ, ਕੋਈ ਭੜਕਣਾ ਹੈ, ਤੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਹਜ਼ੂਰ ਕਹਿੰਦੇ ਵਿਜੇ ਰਾਮਾ ਸੰਕੋਚ ਨਾ ਕਰ, ਸੰਗ ਨਾ। ਮਹਾਰਾਜ ਬੇਨਤੀ ਇਉਂ ਹੈ, ਸਾਡੇ ਮੱਤ ਵਿੱਚ ਕੋਈ ਸ਼ੂਦਰ ਚੜ੍ਹਾਈ ਕਰ ਜਾਏ
ਤੇ ਅਸੀਂ ਗਰੜ ਪੁਰਾਣ ਦੀ ਕਥਾ 30 ਦਿਨ ਕਰਦੇ ਤਾਂ ਕਿ ਉਹਦੀ ਕਲਿਆਣ ਹੋ ਜਾਏ। ਔਰ ਇਸੇ ਤਰ੍ਹਾਂ ਵੈਸ਼ ਇਹ ਸਰੀਰ ਛੱਡ ਜਾਏ, ਪ੍ਰਾਣ ਤਿਆਗ ਜਾਏ, ਉਹਦੇ ਨਿਮਿਤ ਉਸ ਗਰੜ ਪੁਰਾਣ ਦੀ 17 ਦਿਨ ਕਥਾ ਕੀਤੀ ਜਾਂਦੀ। ਤੇ ਜੇ ਖੱਤਰੀ ਸਰੀਰ ਛੱਡ ਜੇ ਤੇ ਅਸੀਂ 13 ਦਿਨ ਕਰਦੇ ਹਾਂ। ਜੇ ਬ੍ਰਾਹਮਣ ਪ੍ਰਾਣ ਤਿਆਗ ਜੇ ਤੇ ਅਸੀਂ 12 ਦਿਨ ਕਥਾ ਕਰਦੇ ਹਾਂ ਗਰੜ ਪੁਰਾਣ ਦੀ। ਔਰ ਸਾਡੇ ਵਿਸ਼ਵਾਸ ਦੇ ਮੁਤਾਬਕ ਉਸ ਪ੍ਰਾਣੀ ਦੀ ਆਤਮਾ ਦਾ ਕਲਿਆਣ ਹੋ ਜਾਂਦਾ ਹੈ। ਕਿ ਗੁਰੂ ਘਰ ਵਿੱਚ ਵੀ ਅਜਿਹਾ ਹੈ ਤਾਂ ਕਹਿੰਦੇ ਨੇ ਉਸ ਮੌਕੇ ਉਸ ਵਿਜੇ ਰਾਮ ਨੇ ਸਤਿਗੁਰੂ ਪਾਤਸ਼ਾਹ ਦੇ ਕੋਲ ਆਪਣੇ ਕੁਝ ਸ਼ੰਕੇ ਰੱਖੇ। ਹਜ਼ੂਰ ਕਹਿੰਦੇ ਨੇ ਵਿਜੇ ਰਾਮ, ਜਿਹੜੇ ਤੂੰ ਸ਼ੰਕੇ ਰੱਖੇ ਨੇ ਨਾ, ਜਿਹੜਾ ਇਹਦੀ ਗੁਰੂ ਘਰ ਵੱਲੋਂ ਵਿਚਾਰ ਆਵੇਗਾ, ਜਿਹੜਾ ਪ੍ਰਾਣੀ ਇਹਦੀ ਵਿਚਾਰ ਕਰੇਗਾ, ਗੁਰਮੁਖਾ ਉਹਦਾ ਗੇੜਾ ਕੱਟਿਆ ਜਾਏਗਾ। ਔਰ ਇਹ ਜੈਸਰੀ ਦੀ ਵਾਰ ਜਿਹਦੇ ਵਿੱਚੋਂ ਆਪਾਂ ਇਹ ਸ਼ਬਦ ਸਰਵਣ ਕੀਤਾ ਹੈ, ਇਹ ਹਜ਼ੂਰ ਨੇ ਉਸ ਵਿਜੇ ਰਾਮ ਪੰਡਤ ਨੂੰ ਮੁਖਾਤਬ ਕਰਕੇ ਉਚਾਰਨ ਕੀਤੀ। ਸਾਦੀ ਭਾਸ਼ਾ ਵਿੱਚ ਮੈਂ ਬੇਨਤੀ ਕਰਾਂ, ਪਹਿਲਾਂ ਸ਼ਲੋਕ ਆਉਂਦਾ ਹੈ, ਮੁੜ ਕੇ ਪੌੜੀ ਆਉਂਦੀ ਹੈ, ਤੇ ਜਿਹੜੀ ਪੌੜੀ ਉਸ ਸ਼ਲੋਕ ਦੀ ਹੀ ਵਿਆਖਿਆ। ਭਾਵ ਇਹ ਨਹੀਂ ਪਿਓ ਦੇ ਨਾਲੋਂ ਵਿਚਾਰ ਕੋ ਅਲੱਗਾ ਨੇ। ਪਹਿਲਾਂ ਸ਼ਲੋਕ ਵਿੱਚ ਸੂਖਮ ਗੱਲ ਹੈ ਔਰ ਬਿਲਕੁਲ ਉਹਦਾ ਟੀਕਾ, ਉਹਦਾ ਅਨੁਵਾਦ ਸਤਿਗੁਰੂ ਪਾਤਸ਼ਾਹ ਨੇ ਪੌੜੀ ਵਿੱਚ ਕੀਤਾ ਹੈ। ਅੱਜ ਦਾ ਜੋ ਪਾਵਨ ਅਲਾਈ ਫਰਮਾਨ ਹੈ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਸੰਤ ਲਿਬਾਸ ਦਾ ਨਾਮ ਨਹੀਂ, ਸੰਤ ਡੇਰੇ ਦਾ ਨਾਮ ਨਹੀਂ, ਸੰਤ ਦੁਨਿਆਵੀ ਪਦਾਰਥਾਂ ਦਾ ਨਾਮ ਨਹੀਂ। ਉਹ ਮਹਾਤਮਾ ਜਨ ਜਿਹੜੇ ਪਰਿਪੂਰਨ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਨਾ, ਉਹਨਾਂ ਦਾ ਸੰਸਾਰ ਤੋਂ ਕਲਿਆਣ ਹੋ ਗਿਆ। ਔਰ ਇਹੋ ਜਿਹੇ ਪਰਮੇਸ਼ਰ ਪਿਆਰਿਆਂ ਦੀ ਜੋ ਸੰਗਤ ਕਰਦੇ ਨੇ ਮਾਈ ਭਾਈ, ਉਹਨਾਂ ਤੇ ਵੀ ਪਰਿਪੂਰਨ ਪ੍ਰਮਾਤਮਾ ਕਿਰਪਾ ਕਰਦਾ ਹੈ। ਵਿਜੇ ਰਾਮਾ, ਇਹ ਗੱਲ ਦਾ ਖਿਆਲ ਰੱਖੀ, ਮਨੁੱਖ ਸ਼ਾਂਤੀ ਵਾਸਤੇ ਬੜਾ ਭਟਕਦਾ ਹੈ ਔਰ ਉਸ ਮਨ ਦੇ ਟਿਕਾਅ ਵਾਸਤੇ ਕੋਈ ਚੰਦਨ ਦਾ ਤਿਲਕ ਆਪਣੇ ਮੱਥੇ ਤੇ ਲਾਉਂਦਾ ਹੈ। ਕਈ ਚੰਦਰਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ। ਵਿਜੇ ਰਾਮਾ, ਬੁਰਾ ਨਾ ਮੰਨੀ, ਜਿੰਨੀ ਠੰਡ ਪ੍ਰਮਾਤਮਾ ਦੇ ਨਾਮ ਵਿੱਚ, ਉਹ ਚੰਦਨ ਵਿੱਚ ਨਹੀਂ, ਉਹ ਚੰਦ ਵਿੱਚ ਨਹੀਂ। ਇਸ ਗੱਲ ਦਾ ਖੁਲਾਸਾ ਜਿਵੇਂ ਸਤਿਗੁਰੂ ਪਾਤਸ਼ਾਹ ਦੀ ਕਰਦੇ ਨੇ, ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਸਾਡਾ ਜ਼ਬਾਨ ਸਫਲੀ ਹੋ ਜਾਏ, ਸਾਡੇ ਕੰਨ ਸਫਲੀ ਹੋ ਜਾਣ। ਉਪਰਾਲਾ ਕਰੋ, ਬੋਲੋ ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਗੁਰਮੁਖੋ, ਜਿਵੇਂ ਅੰਗਰੇਜ਼ੀ ਹੈ ਨਾ, ਫਾਰਸੀ ਹੈ, ਅਸੀਂ ਗੁਰਮੁਖੀ ਲਿਪੀ 'ਚ ਉਹਨੂੰ ਲਿਖ ਤਾਂ ਸਕਦੇ ਹਾਂ, ਲੇਕਿਨ ਉਹਦਾ ਉਚਾਰਨ ਕਿਵੇਂ ਕਰਨਾ ਇਹ ਸਾਡੇ ਵੱਸ ਦੀ ਬਾਤ ਨਹੀਂ, ਜਿੰਨਾ ਚਿਰ ਆਪਾਂ ਕਦੋਂ ਸਿੱਖੀਏ ਨਾ। ਇਹਦਾ ਜੋ ਉਚਾਰਨ, ਇਹਦਾ ਉਚਾਰਨ ਕਰਨਾ ਸੰਤ ਉਦਾਹਰਣ ਅਧਿਕ ਲਾ ਕੇ। ਤੇ ਸ਼ੰਕਾਵਾਦੀਆਂ ਦਾ ਸਵਾਲ ਹੈ, ਘੁੰਡੀ ਫੜਨ ਵਾਲੇ ਤਾਂ ਫਿਰ ਗਿਆਨੀ ਜੀ ਅਧਿਕ ਲੱਗਾ ਕਿਉਂ ਨਹੀਂ? ਤੁਸੀਂ ਕਹਿੰਦੇ ਵੀ ਅਧਿਕ ਲਾ ਕੇ ਦਾ ਉਚਾਰਨ ਕਰਨਾ ਹੈ, ਤੇ ਅਧਿਕ ਤਾਂ ਲੱਗਾ ਨਹੀਂ, ਉਚਾਰਨ ਕਿਵੇਂ ਕਰਾਂਗੇ? ਗੁਰਮੁਖੋ, ਜਦੋਂ ਗੁਰਦੇਵ ਨੇ ਇਹ ਬਾਣੀ ਲਿਖਵਾਈ ਹੈ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲੋਂ, ਉਦੋਂ ਸਾਡੀ ਗੁਰਮੁਖੀ ਲਿਪੀ ਵਿੱਚ ਅਜੇ ਅਧਿਕ ਦੀ ਹੋਂਦ ਨਹੀਂ ਸੀ ਆਈ। ਤੇ ਜਿਹੜੀ ਹੋਂਦ ਹੀ ਨਹੀਂ, ਉਹਦੀ ਵਰਤੋਂ ਕਿਵੇਂ ਹੋਵੇਗੀ? ਇਸ ਕਰਕੇ ਇਹਦਾ ਉਚਾਰਨ ਕਰਨਾ ਸੰਤ ਉਦਾਹਰਣ, ਦਿਆਲੰ ਅਧਿਕ ਲਾ ਕਰਕੇ।
ਮੈਨੂੰ ਚੰਗੀ ਤਰ੍ਹਾਂ ਚੇਤੇ ਵੀ ਜਦੋਂ ਮੈਂ 11ਵੀਂ ਜਮਾਤ ਵਿੱਚ ਪੜ੍ਹਦਾ ਸਾਂ ਨਾ, ਅਸੀਂ ਪਹਿਲਾਂ ਸੱਸੇ ਪਰ ਬਿੰਦੀ, ਖੱਕੇ ਪਰ ਬਿੰਦੀ, ਗੱਗੇ ਪਰ ਬਿੰਦੀ, ਜੱਜੇ ਤੇ ਫੱਫੇ ਪਰ ਬਿੰਦੀ ਪੜ੍ਹੀ ਸੀ। ਲੇਕਿਨ ਉਦੋਂ ਸਾਨੂੰ ਪੜ੍ਹਾਇਆ ਗਿਆ ਵੀ ਕਾਕਾ ਹੁਣ ਤੁਸੀਂ ਲੱਲੇ ਦੇ ਪੈਰ ਥੱਲੇ ਵੀ ਬਿੰਦੀ ਪੜ੍ਹਨੀ ਹੈ। ਮੇਰੇ ਖਿਆਲ ਮੁਤਾਬਕ 66 ਦੇ ਵਿੱਚ ਕਿਸੇ ਨੇ PhD ਕੀਤੀ, ਉਦੋਂ ਲੱਲੇ ਪਰ ਬਿੰਦੀ ਦੀ ਕਾਢ ਕੱਢੀ। ਭਾਵ ਖੋਜੀ ਜਨ ਖੋਜ ਕਰਦੇ ਰਹਿੰਦੇ ਰਹੋ ਵਿਚਾਰ। ਇਸ ਕਰਕੇ ਦਾ ਉਚਾਰਨ ਕਰਨਾ ਸੰਤ ਉਦਾਹਰਣ ਦਇਆਲੰ। ਅੱਗੇ ਜਿਹੜੀ ਪੰਕਤੀ ਹੈ ਇਹਦਾ ਅਰਥ ਕਰਨ ਲੱਗਿਆ, ਜਿਹੜੇ ਸੰਤ ਉਸ ਪਰਿਪੂਰਨ ਪਰਮਾਤਮਾ ਦਾ ਜੋ ਗੋਪਾਲ ਹੈ ਨਾ, ਉਹਦਾ ਕੀਰਤਨ ਕਰਦੇ ਨੇ ਔਰ ਵਾਹਿਗੁਰੂ ਨੇ ਉਹਨਾਂ ਤੇ ਦਇਆ ਕੀਤੀ ਤੇ ਉਹ ਸੰਸਾਰ ਤੋਂ ਤਰ ਗਏ। ਉਦਾਹਰਣ ਤੋਂ ਭਾਵ ਤਰਨਾ, ਕਲਿਆਣ ਹੋ ਜਾਣੀ। ਆਸਰਮ ਗੋਪਾਲ ਕੀਰਤਨੇ, ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਨ ਦਾ ਆਸਰਾ ਹੈ ਜਾਂ ਪਰਮਾਤਮਾ ਦਾ ਆਸਰਾ ਹੈ ਨਾ, ਉਹਨਾਂ ਤੇ ਵਾਹਿਗੁਰੂ ਨੇ ਦਇਆ ਕੀਤੀ, ਉਹ ਸੰਸਾਰ ਸਾਗਰ ਤੋਂ ਤਰ ਗਏ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰੈ। ਸੰਤ ਕੈਸੇ ਹੋਣ ਤੇ ਤੈਨੂੰ ਕੀ ਕਰਨਾ ਚਾਹੀਦਾ ਹੈ? ਓਟ ਨਾਨਕ ਪਰਮੇਸ਼ਵਰੈ, ਜਿਹੜਾ ਪਰਮੇਸ਼ਰ ਸ਼ਬਦ ਹੈ, ਇਹ ਦੋ ਸ਼ਬਦਾਂ ਦਾ ਇਕੱਠ ਹੈ, ਦੋ ਸ਼ਬਦਾਂ ਦਾ ਸੁਮੇਲ ਹੈ, ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ। ਪਰਮ ਈਸ਼ਰ, ਪਰਮ ਈਸ਼ਰ ਤੋਂ ਬਣਿਆ ਪਰਮੇਸ਼ਵਰ। ਈਸ਼ਰ ਦਾ ਭਾਵ ਹੁੰਦਾ ਸ਼ਕਤੀ, ਜਿਹਨੂੰ ਆਮ ਆਪਾਂ ਬੋਲੀ 'ਚ ਕਹਿੰਦੇ ਹਾਂ ਸੁਪਰੀਮ ਪਾਵਰ, ਸਾਰਿਆਂ ਤੋਂ ਉੱਚੀ ਸ਼ਕਤੀ। ਉੱਚੀ ਸ਼ਕਤੀ ਦਾ ਅਰਥ ਹੈ ਪਰਮੇਸ਼ਵਰ। ਇਹ ਲਫ਼ਜ਼ ਬਣਿਆ ਕਿਉਂ? ਸਾਡੇ ਹਿੰਦੁਸਤਾਨ ਦੇ ਪੁਰਾਤਨ ਅਧਿਆਤਮਿਕ ਗ੍ਰੰਥਾਂ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ ਕਿ ਜਿਸ ਮਨੁੱਖ ਦੇ ਵਿੱਚ 6 ਗੁਣ ਹੋਣ ਉਹ ਬੰਦਾ ਹੀ ਰੱਬ ਹੈ। ਮੈਨੂੰ ਸ਼ਲੋਕ ਚੰਗੀ ਤਰ੍ਹਾਂ ਅੱਜ ਵੀ ਚੇਤੇ ਹੈ। ਧਰਮ, ਸੁਜਸ, ਵਰਾਗ, ਪੁੰਨ, ਐਸ਼, ਵਰਜ, ਸ੍ਰੀ ਗਿਆਨ, ਖੱਟ ਭਗਾ ਸਪਨ ਜੋ ਤਾਂਹੇ ਕਹਿਤ ਭਗਵਾਨ। ਇਹਦਾ ਅਰਥ ਇਹ ਹੈ, ਉਹ ਮਨੁੱਖ ਜਿਹੜਾ ਧਰਮੀ ਹੋਵੇ। ਸਜਸ ਤੋਂ ਭਾਵ ਹੈ ਕਈਆਂ ਦੀ ਮਸ਼ਹੂਰੀ ਚੰਗੇ ਪੱਖੋਂ ਹੁੰਦੀ ਤੇ ਕਈਆਂ ਦੀ ਮਾੜੇ ਪੱਖੋਂ। ਫਲਾਣਾ ਬੜਾ ਚੋਰ ਹੈ, ਬੜਾ ਭੈੜਾ ਬੰਦਾ ਹੈ, ਲੋਕੀ ਜਾਣਦੇ ਨੇ ਉਹਨੂੰ, ਇਹ ਮਾੜਾ ਹੈ। ਲੇਕਿਨ ਫਲਾਣਾ ਬੜਾ ਗੁਰਮੁਖ ਹੈ, ਬੜਾ ਭਲਾ ਹੈ, ਬੜਾ ਦਾਨੀ ਹੈ, ਬੜਾ ਭਲਾ ਲੋਕ, ਉਹਨੂੰ ਕਹਿੰਦੇ ਸੁਜਸ। ਇੱਕ ਧਰਮੀ ਹੋਵੇ, ਇੱਕ ਉਹਦਾ ਲੋਕਾਂ ਵਿੱਚ ਚੰਗਾ ਸ੍ਰੇਸ਼ਟ ਜਸ ਹੋਵੇ, ਲੋਕੀ ਉਹਨੂੰ ਭਲਾ ਕਹਿਣ। ਤੀਸਰਾ, ਐਸ਼ਵਰਜ, ਦੁਨੀਆ ਦੀ ਹਰ ਸੁੱਖ ਸਹੂਲਤ ਹੋਵੇ ਉਹਦੇ ਕੋਲ। ਇਹ ਪੁਰਾਤਨ ਗ੍ਰੰਥਾਂ ਦੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਵੀ ਉੱਥੇ ਲਿਖਿਆ ਵੀ ਜਿਹੜੇ ਬੰਦੇ ਕੋਲ 6 ਚੀਜ਼ਾਂ ਹੋਣ ਨਾ, ਬੰਦਾ ਵੀ ਰੱਬ ਹੈ। ਉਹ 6 ਚੀਜ਼ਾਂ ਕਿਹੜੀਆਂ? ਇੱਕ ਧਰਮ, ਇਹ ਲੋਕਾਂ 'ਚ ਉਹਦੀ ਪਛਾਣ ਹੈ ਚੰਗੇ ਪੱਖ ਕਰਕੇ। ਤੀਸਰਾ, ਉਹਦੇ ਕੋਲ ਹਰ ਸੁੱਖ ਸਹੂਲਤ ਹੈ। ਸ਼੍ਰੀ ਦਾ ਭਾਵ ਹੁੰਦਾ ਮਾਇਆ। ਇੱਥੇ ਮੈਂ ਹੋਰ ਨਿੱਕੀ ਜਿਹੀ ਬੇਨਤੀ ਕਰਾਂ, ਜਦੋਂ ਅਸੀਂ 5 ਪਿਆਰਿਆਂ ਦੇ ਕੋਲ ਅੰਮ੍ਰਿਤ ਦੀ ਦਾਤ ਲੈਂਦੇ ਹਾਂ ਨਾ, ਉਦੋਂ ਬਕਾਇਦਾ ਸਾਨੂੰ ਗੁਰੂ ਕੇ 5 ਪਿਆਰੇ ਸਮਾਨ ਹੁਕਮ ਕਰਦੇ ਨੇ, ਗੁਰਮੁਖੋ ਜਦੋਂ ਵੀ ਤੁਸੀਂ ਅਭਿਆਸ ਕਰਨਾ ਉਦੋਂ ਸ੍ਰੀ ਵਾਹਿਗੁਰੂ ਨਹੀਂ ਕਹਿਣਾ। ਅਸੀਂ ਆਮ ਕਰਕੇ ਸਤਿਕਾਰ ਨਾਲ ਸ੍ਰੀ ਵਾਹਿਗੁਰੂ ਕਹਿੰਦੇ ਹਾਂ, ਲੇਕਿਨ ਅਭਿਆਸ ਕਰਨ ਲੱਗਿਆਂ ਵਿਸ਼ੇਸ਼ ਤੌਰ 'ਤੇ ਇਕੱਲੇ ਵਾਹਿਗੁਰੂ ਸ਼ਬਦ ਦਾ ਜਾਪ ਕੀਤਾ ਜਾਏ। ਤੇ ਆਪਾਂ ਕਹਾਂਗੇ ਭਾਈ ਸਾਹਿਬ ਇਹਦੇ ਨਾਲ ਕੀ ਫਰਕ ਪੈਂਦਾ, ਕੀ ਹੋ ਜਾਂਦਾ? ਗੁਰਮੁਖੋ ਫਰਕ ਇਹ ਪੈਂਦਾ ਹੈ, ਪੁਰਾਤਨ ਅਧਿਆਤਮਿਕ ਗ੍ਰੰਥਾਂ ਦੇ ਵਿੱਚ ਦੋ ਦੀ ਪੂਜਾ ਹੈ, ਜੈ ਸ਼੍ਰੀ ਰਾਮ, ਜੈ ਸੀਤਾ ਰਾਮ, ਲਕਸ਼ਮੀ ਨਾਰਾਇਣ, ਰਾਧੇ ਸ਼ਿਆਮ, ਦੋ ਦੀ ਪੂਜਾ ਹੈ। ਲੇਕਿਨ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਨੇ 2-3 ਦੇ ਚੱਕਰ 'ਚੋਂ ਕੱਢ ਕੇ ਕੇਵਲ ਤੇ ਕੇਵਲ ਇੱਕ ਨਾਲ ਜੋੜਿਆ। ਇਸ ਕਰਕੇ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦਾ ਧਿਆਨ ਧਰਨਾ, ਹੋਰ ਕਿਸੇ ਦਾ ਨਹੀਂ। ਧਰਮ, ਸੁਜਸ, ਵਰਾਗ, ਪੁੰਨ, ਐਸ਼, ਵਰਜ, ਸ੍ਰੀ ਗਿਆਨ, ਮਾਇਆ ਹੋਵੇ ਤੇ ਗਿਆਨਮਾਨ ਹੋਵੇ, ਖੱਟ ਭਗਾ ਸਪਨ ਜੋ ਤਾਂਹੇ ਕਹਿਤ ਭਗਵਾਨ।
ਕਿ ਜਿਸ ਵਿਅਕਤੀ ਵਿੱਚ 6 ਗੁਣ ਹੋਣ ਉਹ ਬੰਦਾ ਕਾਹਦਾ, ਉਹਨੂੰ ਕਹਿੰਦੇ ਰੱਬ। ਇਹ ਉੱਥੋਂ ਦੀ ਵਿਆਖਿਆ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਨ੍ਹਾਂ ਨੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਓਟ ਆਸਰਾ ਲਿਆ ਨਾ, ਉਹਨਾਂ ਦੀ ਸੰਗਤ ਕਰ, ਤੇਰੀ ਮੈਲ ਵੀ ਲੈ ਜਾਏਗੀ। ਕਿਉਂਕਿ ਆਪਾਂ ਚੰਗਿਆਂ ਕੋਲ ਬਵਾਂਗੇ ਤੇ ਚੰਗੇ ਬਣ ਜਾਵਾਂਗੇ, ਬੁਰਿਆਂ ਕੋਲ ਬਵਾਂਗੇ ਤੇ ਬੁਰੇ ਬਣ ਜਾਵਾਂਗੇ। ਸਾਡਾ ਇਤਿਹਾਸ ਹੈ। ਭਾਈ ਅਦਲੀ ਦੀ ਸੰਗਤ ਕੀਤੀ ਬਾਬਾ ਬਿਧੀ ਚੰਦ ਜੀ ਨੇ, ਤੇ ਬਾਬਾ ਬਿਧੀ ਚੰਦ ਜੀ ਬਹੁਤ ਅੱਗੇ ਲੰਘ ਗਏ। ਚੋਲੇ ਨਗਰ ਦੇ ਵਿੱਚ ਗੁਰਮੁਖ ਪਿਆਰੇ ਸੰਤ ਬਾਬਾ ਅਦਲੀ ਜੀ ਰਹਿੰਦੇ ਸਨ, ਜਿਹਨੂੰ ਅਸੀਂ ਭਾਈ ਅਦਲੀ ਕਰਕੇ ਵੀ ਕਹਿੰਦੇ। ਉੱਥੇ ਗੁਰਦੁਆਰਾ ਵੀ ਸਭਾਇਮਾਨ ਹੈ। ਉਹਨਾਂ ਦੀ ਸੰਗਤ ਕੀਤੀ ਤੇ ਬਾਬਾ ਬਿਧੀ ਚੰਦ ਨੂੰ ਮਾਨ ਮਿਲਿਆ, ਗੁਰੂ ਕਾ ਸੀਨਾ ਜੋ ਵਰ ਮੰਗਿਆ ਸੋਈ ਦੀਨਾ। ਇੱਥੇ ਇੱਕ ਹੋਰ ਆਪਣੇ ਮਨ ਵਿੱਚ ਸ਼ੰਕਾ ਆਉਂਦਾ ਵੀ ਭਾਈ ਸਾਹਿਬ ਆਖਰਕਾਰ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇੰਨਾ ਮਾਣ ਦਿੱਤਾ, ਸਨਮਾਨ ਦਿੱਤਾ, ਇੰਨਾ ਪਿਆਰ ਕੀਤਾ, ਕਾਰਨ ਕੀ ਹੈ? ਆਪਾਂ ਰਾਹ 'ਚ ਅੜਕ ਜਾਂਦੇ ਹਾਂ, ਬਾਬਾ ਅੜਕਿਆ ਨਹੀਂ। ਬਾਬਾ ਬਿਧੀ ਚੰਦ ਦੇ ਨੰਬਰ 1 ਹੋ ਗਿਆ ਨਾ, ਤੇ ਉਹਦਾ ਮੇਨ ਕਾਰਨ ਆਪਾਂ ਰਾਹ 'ਚ ਅੜਕ ਗਏ ਹਾਂ। ਮੈਨੂੰ ਪੁਰਾਣੇ ਬਜ਼ੁਰਗਾਂ ਦੀ ਬਚਪਨ ਦੀ ਗੱਲ ਚੇਤੇ ਹੈ। ਸਾਡੇ ਬਜ਼ੁਰਗਾਂ ਨੇ, ਪਿੰਡ ਵਾਲਿਆਂ ਨੇ ਕਹਿਣਾ, ਪੁੱਤਰ ਜਿਹਨੂੰ ਰੱਬ ਨੇ ਪੁੱਤ ਤੇ ਦੁੱਧ ਦਿੱਤਾ ਉਹਨੂੰ ਅੱਗੇ ਲੋੜ ਕੀ ਹੈ? ਇਹ ਪੇਂਡੂ ਬੋਲੀ ਸਾਡੀ ਪੁਰਾਣੀ ਵੀ ਜੇ ਦੁੱਧ ਘਰ ਆ ਨਾ ਤੇ ਪੁੱਤ ਨੇ ਤੇ ਚਾਹੀਦਾ ਕੱਖ ਨਹੀਂ। 2 ਚੀਜ਼ਾਂ ਤੱਕ ਸੀਮਤ, ਕਿਸੇ ਨੂੰ ਦੁੱਧ ਦੀ ਲੋੜ, ਕਿਸੇ ਨੂੰ ਪੁੱਤ ਦੀ ਲੋੜ। ਪਰ ਬਾਬਾ ਬਿਧੀ ਚੰਦ ਨੇ ਨਾ ਦੁੱਧ ਮੰਗਿਆ, ਨਾ ਪੁੱਤ ਮੰਗਿਆ, ਨਾ ਦੁਨੀਆ ਦੇ ਪਦਾਰਥ ਮੰਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਬਿਧੀ ਚੰਦਾ ਜੋ ਮੰਗਣਾ ਅਸੀਂ ਤੇਰੇ ਤੇ ਬੜੇ ਖੁਸ਼ ਹਾਂ। ਤੇ ਬਾਬਾ ਬਿਧੀ ਚੰਦ ਨੇ ਆਖਿਆ, ਪਾਤਸ਼ਾਹ ਮੇਰੀ ਮੰਗ ਹੀ ਕੋਈ ਨਹੀਂ, ਤੇਰੀ ਖੁਸ਼ੀ ਮੇਰੀ ਮੰਗ ਹੈ। ਤੂੰ ਖੁਸ਼ ਚਾਹੀਦਾ। ਜੇ ਦੇਣਾ ਨਾ ਨਾਮ ਦਾ ਰੰਗ, ਸਾਧ ਦਾ ਸੰਗ, ਨੇਚਾ ਅਪੰਗ ਬਖਸ਼। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਵਰ ਦਿੱਤਾ, ਬਿਧੀ ਚੰਦ ਸ਼ੀਨਾ ਜੋ ਵਰ ਮੰਗਿਆ ਸੋਈ ਦੇਣਾ, ਕਮੀ ਕਿਸੇ ਗੱਲ ਕੀ ਨਾ। ਤੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖੋ ਇਹੋ ਜਿਹੇ ਪਰਮੇਸ਼ਰ ਪਿਆਰਿਆਂ ਦੀ ਸੰਗਤ ਕਰ ਜਿਹਦੇ ਨਾਲ ਤੇਰੇ ਅੰਤਸ਼ਕਰਨ ਦੀ ਜਿਹੜੀ ਮੈਲ ਹੈ ਉਹ ਉਤਰ ਜਾਵੇ, ਲੈ ਜਾਵੇ। ਚੰਦਨ ਚਾਂਦਨਾ ਸਰਦ ਰੁੱਤ। ਮੈਂ ਬੇਨਤੀ ਕੀਤੀ ਕਿ ਲੋਕੀ ਸਾਡੇ ਪੁਰਾਤਨ ਲੋਕ ਜਾਂ ਪੁਰਾਣਾ ਸਾਡਾ ਅਧਿਆਤਮਿਕ ਵਿਚਾਰ ਵਾਲੇ ਲੋਕ ਮੱਥੇ ਤੇ ਚੰਦਨ ਦਾ ਤਿਲਕ ਲਾਉਂਦੇ ਵੀ ਅੰਦਰ ਠੰਡ ਪਈ ਰਹਿ, ਚੰਦਨ ਨੂੰ ਠੰਡਾ ਮੰਨਦੇ ਹਨ। ਔਰ ਇਸੇ ਪ੍ਰਕਾਰ ਜਿਹੜਾ ਚੰਦ ਉਹਨੂੰ ਵੀ ਠੰਡਾ ਮੰਨਿਆ ਗਿਆ। ਪਰ ਗੁਰਦੇਵ ਕਹਿੰਦੇ, ਵਿਜੇ ਰਾਮਾ ਨਾ ਚੰਦਨ ਦੇ ਨਾਲ ਤੇ ਨਾ ਚੰਦ ਦੀ ਪੂਜਾ ਨਾਲ ਅੰਦਰ ਠੰਡ ਨਹੀਂ ਪੈਂਦੀ। ਜੇ ਤੂੰ ਆ ਕੇ ਨਾ ਵੀ ਕੱਲਾ ਪਿੰਡੇ ਤੇ ਚੰਦਨ ਕਸਾਲਾਂ ਤੇ ਸ਼ਾਇਦ ਮਨ ਠੰਡਾ ਹੋ ਜਾਏ, ਇਹ ਗੱਲ ਨਹੀਂ ਬਣਨੀ। ਚੰਦ ਦੇ ਅੱਗੇ ਹੱਥ ਜੋੜ ਕੇ ਜੇ ਆਖੇ ਠੰਡ ਪੈ ਜਾਏ ਤੇ ਗੱਲ ਨਹੀਂ ਬਣਨੀ। ਤੇ ਜੇ ਆਖੇ ਮੈਂ ਕੱਪੜੇ ਲਾਹ ਕੇ ਪੋਹ ਦੇ ਮਹੀਨੇ 'ਚ ਪਾਣੀ ਖਲੋਤਾ ਰਵਾਂ ਤੇ ਮਿੱਤਰਾ ਅੰਦਰ ਠੰਡ ਨਹੀਂ ਪੈਣੀ, ਸਰੀਰ ਤਾਂ ਆਕੜ ਸਕਦਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੀ ਘਾਮ। ਤੇ ਵਿਜੇ ਰਾਮ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਮੈਂ ਗੱਲ ਸਮਝਿਆ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ, ਵਿਜੇ ਰਾਮ ਚੰਦਨ ਕਰਕੇ, ਚੰਦ ਕਰਕੇ, ਸਰਦ ਰੁੱਤ ਕਰਕੇ ਜਿਹੜੀ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਉਹ ਨਹੀਂ ਮੁੱਕਦੀ। ਜਿਹੜਾ ਕਾਮ ਸ਼ਬਦ ਹੈ, ਕਾਮ ਕਹਿੰਦੇ ਨੇ ਗਰਮੀ ਨੂੰ। ਸਾਡੇ ਅੰਦਰ ਇੱਕ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਤ੍ਰਿਸ਼ਨਾ ਦੀ ਅੱਗ ਬੰਦਾ ਰੱਜਦਾ ਹੀ ਨਹੀਂ। ਹਜ਼ੂਰ ਕਹਿੰਦੇ ਚੰਦਨ ਦੀ ਲਾ ਕਰਕੇ, ਚੰਦ ਦੀ ਪੂਜਾ ਕਰਕੇ, ਠੰਡ ਵਿੱਚ ਖਲੋਣ ਕਰਕੇ ਜੇ ਕੋ ਆਖੇ ਨਾ ਵੀ ਤ੍ਰਿਸ਼ਨਾ ਦੀ ਅੱਗ ਮੁੱਕ ਜਾਏ, ਮਿਟ ਜਾਏ, ਇਹ ਬਿਲਕੁਲ ਨਹੀਂ ਮਿਟੇਗੀ। ਸੀਤਲ ਥੀਵੈ ਨਾਨਕਾ। ਬੇਨਤੀ ਕੀਤੀ, ਪਾਤਸ਼ਾਹ ਫਿਰ ਕਰ ਕਿਰਪਾ, ਇਹ ਠੰਡ ਪਵੇ ਕਿਵੇਂ? ਹਜ਼ੂਰ ਕਹਿੰਦੇ, ਵਿਜੇ ਰਾਮਾ ਇਉਂ ਠੰਡਾ ਹੋਵੇਗਾ ਜਪੰਦੜੋ ਹਰ ਨਾਮ। ਜਿਨ੍ਹਾਂ ਪਰਮੇਸ਼ਰ ਦੇ ਪਿਆਰੇ ਨੇ ਵਾਹਿਗੁਰੂ ਦਾ ਨਾਮ ਜਪਿਆ, ਉਹਨਾਂ ਦੇ ਅੰਦਰ ਇੰਨੀ ਠੰਡ ਪੈ ਗਈ ਵੀ ਉਹਨਾਂ ਨੂੰ ਦੁਨੀਆ ਦੀ ਤਾਕਤ ਕੋਈ ਗਰਮੀ ਨਹੀਂ ਕਰ ਸਕੀ। ਜਦੋਂ ਅਸੀਂ ਪੜ੍ਹਦੇ ਹਾਂ ਨਾ
ਤੇ ਸਾਡੇ ਉਸਤਾਦ ਸਾਹਿਬਾਨ, ਟੀਚਰ, ਅਧਿਆਪਕ, ਸਾਡਾ ਦਿਮਾਗ ਮੋਟਾ ਹੋਵੇ ਤੇ ਉਹ ਕਹਿੰਦੇ ਨੇ ਵੀ ਪੁੱਤਰ ਆ ਉਦਾਹਰਨ ਵੇਖ ਕੇ ਤੇ ਇਹਨੂੰ ਸਮਝ ਤੂੰ। ਉਦਾਹਰਨ ਸਾਡੇ ਇਤਿਹਾਸ ਵਿੱਚ ਇਹਦੀ ਇੱਕ ਬੜੀ ਸੁੰਦਰ ਉਦਾਹਰਨ ਹੈ। ਭਾਈ ਦਿਆਲ ਦਾਸ ਦੇਗ ਵਿੱਚ ਉਬਾਲਿਆ ਜਾ ਰਿਹਾ, ਦੇਗ ਵਿੱਚ। ਤੇ ਇੱਕ ਉੱਥੇ ਨਾਲ ਇਹ ਵੀ ਪੁਆਇੰਟ ਹੈ, ਕਿਉਂਕਿ ਆਪਾਂ ਅਗਲੇ ਸਾਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ 400 ਸਾਲਾ ਅਵਤਾਰ ਦਿਹਾੜਾ ਵੀ ਮਨਾਉਣਾ ਹੈ। ਸਾਨੂੰ ਗੁਰੂ ਨੇ ਕਿਰਪਾ ਕੀਤੀ 75 ਦੇ ਵਿੱਚ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਵੀ ਵਾਹਿਗੁਰੂ ਨੇ ਮੌਕਾ ਬਖਸ਼ਿਆ। ਜਦੋਂ ਅਸੀਂ ਇਤਿਹਾਸ ਵਾਰਦੇ ਹਾਂ ਨਾ, ਤੇ ਭਾਈ ਦਿਆਲ ਦਾਸ ਨੂੰ ਆਖਿਆ ਵੀ ਗੁਰਮੁਖਾ ਤੇਰੀ ਅੰਤਮ ਖਾਸ਼ ਕੀ ਹੈ, ਤੂੰ ਕੀ ਚਾਹੁੰਦਾ? ਕਹਿੰਦਾ ਮੇਰੀ ਇੱਕੋ ਹੀ ਖਾਸ਼ ਹੈ ਵੀ ਜਦੋਂ ਤੁਸੀਂ ਮੈਨੂੰ ਦੇਗ 'ਚ ਬਾਲੋਗੇ ਨਾ, ਮੈਂ ਹੱਥ ਨਹੀਂ ਜੇ ਖੜੇ ਕਰਦਾ ਵੀ ਮੈਨੂੰ ਦੇਗ 'ਚ ਨਾ ਬਾਲੋ, ਮੈਨੂੰ ਜਾਣ ਦਿਓ, ਮੈਂ ਤੁਹਾਡੇ ਕੋਲ ਮਾਫੀ ਮੰਗਦਾ। ਇਹੋ ਜਿਹੀ ਤਾਂ ਗੱਲ ਹੀ ਹੈ ਨਹੀਂ। ਪਰ ਇੱਕ ਕੰਮ ਕਰਿਆ ਜੇ, ਜਦੋਂ ਦੇਗ ਤੁਸੀਂ ਉਬਾਲਣਾ ਨਾ ਮੈਨੂੰ, ਉਦੋਂ ਢੱਕਣ ਨਾ ਰੱਖਿਆ ਜੇ ਉੱਪਰ। ਇਹਦੇ ਨਾਲ ਕੀ ਹੋਏਗਾ? ਕਹਿਣ ਲੱਗਾ ਇਹਦੇ ਨਾਲ ਮੈਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦੀਦਾਰ ਕਰਾਂਗਾ, ਕਿਉਂਕਿ ਮੇਰੇ ਅੰਦਰ ਦੀ ਭਾਵਨਾ ਹੈ ਹੋਵੇ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟਗੇ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਏ। ਇਹ ਮੇਰੇ ਮਨ ਦੀ ਭਾਵਨਾ ਹੈ। ਇਤਿਹਾਸ ਕਹਿੰਦਾ ਗੁਰਮੁਖੋ ਭਾਈ ਦਿਆਲ ਦਾਸ ਦੇਗ ਵਿੱਚ ਉਬਾਲੇ ਗਏ, ਹੱਡੀਆਂ ਅਲੱਗਾ ਹੋ ਗਈਆਂ, ਮਾਸ ਅੱਡ ਹੋ ਗਿਆ, ਲੇਕਿਨ ਨਾਮ ਦੀ ਤਾਕਤ ਵੇਖੋ। ਉਹ ਗੁਰੂ ਕਾ ਲਾਲ ਇਹ ਪੰਕਤੀਆਂ ਵਾਰ-ਵਾਰ ਪੜ੍ਹ ਰਿਹਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਸਰਾਮ। ਮੈਨੂੰ ਉਬਲਦੀ ਦੇਗ ਵਿੱਚ ਵੀ ਸੁੱਖ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ, ਉਹ ਜੋ ਗੁਰਮੁਖ ਪਿਆਰੇ, ਭਾਵੇਂ ਮਾਈ, ਭਾਵੇਂ ਭਾਈ, ਭਾਵੇਂ ਬੱਚਾ, ਭਾਵੇਂ ਬਜ਼ੁਰਗ, ਕੋਈ ਵੀ ਜੋ ਪ੍ਰਮਾਤਮਾ ਦਾ ਨਾਮ ਲੈਂਦਾ ਨਾ, ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਸਾੜ ਨਹੀਂ ਸਕਦੀ। ਉਹਨਾਂ ਦੇ ਅੰਦਰ ਇੰਨੀ ਠੰਡ ਵਰਤ ਜਾਂਦੀ ਹੈ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਇੱਥੇ ਗੁਰਮੁਖ ਦਾ ਹੋਰ ਵੱਡਾ ਪੱਖ ਦੱਸਿਆ ਪਾਤਸ਼ਾਹ ਨੇ। ਜਿਵੇਂ ਕਿਸੇ ਨੂੰ ਕਹਿੰਦੇ ਵੀ ਤੂੰ ਆਹ ਮੰਤਰ ਪੜ੍ਹ, ਕਿਸੇ ਨੂੰ ਕਹਿੰਦੇ ਵੀ ਆਹ ਮੰਤਰ ਪੜ੍ਹ ਤੈਨੂੰ ਆਹ ਫਿੱਟ ਰਹੇਗਾ। ਗੁਰੂ ਨਾਨਕ ਦੇ ਘਰ ਵਿੱਚ ਕਹਾਣੀ ਵੰਡਣੀ, ਆਪਾਂ ਅਮਰ ਦੀ ਦਾਤ ਪ੍ਰਾਪਤ ਕਰਦੇ ਹਾਂ। ਉਹੋ ਹੀ ਮੂਲ ਮੰਤਰ ਬੱਚੀਆਂ ਨੂੰ, ਉਹੋ ਹੀ ਬਜ਼ੁਰਗਾਂ ਨੂੰ, ਉਹੋ ਹੀ ਵੱਡਿਆਂ ਨੂੰ, ਉਹ ਛੋਟਿਆਂ ਨੂੰ, ਕੋਈ ਭਿੰਨ ਭਾਤ ਨਹੀਂ। ਇਹ ਨਹੀਂ ਵੀ ਬੀਬੀਆਂ ਇਸ ਪਾਸੇ ਹੋ ਜਾਣ ਤੇ ਆਦਮੀ ਇਸ ਪਾਸੇ ਹੋ ਜਾਣ, ਕੋਈ ਵਿਤਕਰਾ ਨਹੀਂ। ਉਹੋ ਹੀ 5 ਬਾਣੀਆਂ ਪੜ੍ਹ ਕੇ ਅਮਰ ਦੀ ਦਾਤ ਤਿਆਰ ਕੀਤੀ ਜਾਂਦੀ ਹੈ। ਭੈਣਾਂ ਵੀ ਉਹ ਅੰਮ੍ਰਿਤ, ਭਰਾਵਾਂ ਨੂੰ ਵੀ ਉਹ ਅੰਮ੍ਰਿਤ। ਤੇ ਜਦੋਂ ਗੁਰੂ ਕੇ 5 ਪਿਆਰੇ ਸਮਾਨ ਅੰਮ੍ਰਿਤ ਦਾ ਚੁਲਾ ਦਿੰਦੇ ਤੇ ਕਹਿੰਦੇ ਭਾਈ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਹੀਂ ਕਹਿੰਦੇ ਬੀਬੀਆਂ ਨੂੰ ਕਹਿੰਦੇ ਵੀ ਵਾਹਿਗੁਰੂ ਜੀ ਕੀ ਖਾਲਸੀ, ਨਾ ਨਾ, ਖਾਲਸਾ ਕਹਿੰਦੇ ਹਨ। ਭਾਵ ਰੰਚਕ ਮਾਤਰ ਵੀ ਫਰਕ ਨਹੀਂ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਚਰਨ ਕਮਲ ਕੀ ਓਟ, ਉਧਰੇ ਸਗਲ ਜਨ। ਜਿਨ੍ਹਾਂ ਨੇ ਪਰਿਪੂਰਨ ਪ੍ਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ ਲਿਆ ਨਾ, ਭਾਵੇਂ ਕੋ ਪਾਪੀ, ਆਪਾਂ ਬਾਣੀ 'ਚ ਪੜ੍ਹਦੇ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਏ ਨਸਤਾਰਾ। ਦੁਨੀਆ ਜਾਣਦੀ ਵੀ ਕਿੱਡਾ ਵੱਡਾ ਉਹ ਗੁਨਾਹਗਾਰ ਸੀ, ਕਿੱਡਾ ਗਲਤ ਮਨੁੱਖ ਸੀ, ਪਰ ਪ੍ਰਮਾਤਮਾ ਦਾ ਨਾਮ ਲਿਆ ਤੇ ਨਿਮਖ ਵਿੱਚ ਉਸ ਅਜਾਮਲ ਦੀ ਕਲਿਆਣ ਹੋ ਗਈ। ਅਸੀਂ ਗਨਕਾ ਦਾ ਜ਼ਿਕਰ ਪੜ੍ਹਦੇ ਹਾਂ, ਅਨੇਕਾਂ ਦਾ ਜ਼ਿਕਰ ਪੜ੍ਹਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਪ੍ਰਮਾਤਮਾ ਦਾ ਨਾਮ ਹੀ ਅਜਿਹਾ, ਉਹਨੂੰ ਕੋਈ ਵੀ ਲੈ ਲੈ ਜਿੰਨਾ ਦਾਸਾ ਭਾਵ ਧਾਰ ਕੇ ਲਿਆ, ਭਈ ਸਾਰਿਆਂ ਦੀ ਕਲਿਆਣ ਹੋ ਗਏ। ਸੁਣ ਪ੍ਰਤਾਪ ਗੋਵਿੰਦ, ਨਿਰਭਉ ਭਏ ਮਨ। ਮੇਰੇ ਪਾਤਸ਼ਾਹ ਕਹਿੰਦੇ ਬਾਣੀ ਪੜ੍ਹਿਆ ਵੀ ਕਰ ਤੇ ਬਾਣੀ ਸੁਣਿਆ ਵੀ ਕਰ। ਇੱਥੇ ਇੱਕ ਨਿੱਕੀ ਜੀ ਬੜੀ ਕੀਮਤੀ ਵਿਚਾਰ ਹੈ। ਆਮ ਗੁਰਮੁਖ ਪਿਆਰੇ ਭੈਣਾਂ ਵੀਰ ਸਾਨੂੰ ਪੁੱਛਦੇ ਰਹਿੰਦੇ ਨੇ ਵੀ ਭਾਈ ਸਾਹਿਬ ਬਾਣੀ ਪੜ੍ਹੀ ਦੀ, ਪਰ ਮਨ ਟਿਕਦਾ ਜਿਹਾ ਨਹੀਂ। ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈ ਵੀ ਤੁਸੀਂ ਕਹਿੰਦੇ ਬਾਣੀ ਪੜ੍ਹੋ, ਅਸੀਂ ਬਾਣੀ ਪੜ੍ਹਦੇ ਹਾਂ, ਲੇਕਿਨ ਗੱਲ ਨਹੀਂ ਬਣਦੀ। ਇਹਦਾ ਗੁਰਮੁਖੋ ਇੱਕੋ ਇੱਕ ਤਰੀਕਾ ਇਹ ਹੈ, ਅਸੀਂ ਬਾਣੀ ਆਪ ਪੜ੍ਹ ਕੇ ਤੇ ਉਹਨੂੰ ਸੁਣਨ ਦਾ ਯਤਨ ਵੀ ਕਰੀਏ। ਅਸੀਂ ਬੜਾ ਉੱਚੀ ਉੱਚੀ ਬੋਲਦੇ, ਮਾੜੀ ਗੱਲ ਨਹੀਂ, ਆਪੋ ਆਪਣਾ ਢੰਗ ਹੈ,
ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲਦਾ ਵੀ ਮੈਂ ਕਿਹੜੀ ਪੌੜੀ ਪੜ੍ਹ ਲਈ ਤੇ ਕਿਹੜੀ ਰਹਿ ਗਈ। ਇਹਦਾ ਭਾਵ ਕਿ ਸਾਡਾ ਮਨ ਐਬਸੈਂਟ ਹੈ, ਗੈਰ ਹਾਜ਼ਰ ਹੈ। ਉਪਰਾਲਾ ਕੀਤਾ ਜਾਏ ਵੀ ਮਨ ਦੀ ਹਾਜ਼ਰੀ ਲੱਗੇ, ਮਨ ਦੀ ਹਾਜ਼ਰੀ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਮਨੁੱਖ ਜਿਨ੍ਹਾਂ ਨੇ ਗੋਬਿੰਦ ਅਕਾਲ ਪੁਰਖ ਪਰਮਾਤਮਾ ਦਾ ਨਾਮ ਸੁਣਿਆ ਨਾ, ਉਹਦੀ ਨਿਸ਼ਾਨੀ ਕੀ, ਆਪਾਂ ਨੂੰ ਕਿਵੇਂ ਪਤਾ ਲੱਗੇ ਭਾਈ ਨਾਮ ਸੁਣਿਆ। ਤੇ ਗੁਰਦੇਵ ਕਹਿੰਦੇ ਫਿਰ ਉਹਨਾਂ ਬੰਦਿਆਂ ਦੇ ਅੰਦਰ ਖੌਫ ਨਹੀਂ ਜੇ ਰਹਿੰਦਾ। ਨਿਰਭਉ ਭੈ ਮਨ, ਜਿਹੜਾ ਉਹਨਾਂ ਦਾ ਮਨ ਹੈ ਨਾ, ਬੇਖੌਫ ਹੋ ਜਾਂਦਾ ਹੈ। ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ। ਜਦੋਂ ਵਿਚਾਰ ਕਰੀਦੀ ਹੈ ਨਾ ਤੇ ਮਨ ਹੈਰਾਨ ਹੁੰਦਾ ਵੀ ਉਸ ਪੰਡਤ ਦੇ ਅੰਦਰ ਕਿੰਨੀਆਂ ਵਿਚਾਰਾਂ ਹੋਣਗੀਆਂ। ਆਪ ਆਮ ਕਹਿੰਦੇ ਵੀ ਗਿਆਨੀ ਤੁਸੀਂ ਕਹਿੰਦੇ ਬਾਣੀ ਪੜ੍ਹੋ, ਬਾਣੀ ਵੀ ਪੜ੍ਹੀ ਦੀ ਹੈ, ਸੇਵਾ ਵੀ ਕਰੀਦਾ, ਪਰ ਮਾਇਆ ਦਾ ਗੱਫਾ ਤਾਂ ਇਹਨਾਂ ਨੂੰ ਮਿਲਦਾ। ਮਾਇਆ ਬਣਾ ਕਿਵੇਂ ਸਰੇ। ਇੱਥੇ ਗੁਰਦੇਵ ਨੇ ਸੰਤੁਸ਼ਟੀ ਦਿੱਤੀ, ਕਨਵਿੰਸ ਕੀਤਾ ਵੀ ਗੁਰਮੁਖਾ ਤੂੰ ਵਾਹਿਗੁਰੂ ਨਾਲ ਜੋੜ, ਟੋਟ ਨਾ ਆਵੇ ਮੂਲ, ਸੰਚਿਆ ਨਾਮ ਧਨ। ਜਿਨ੍ਹਾਂ ਨੇ ਨਾਮ ਧਨ ਇਕੱਠਿਆਂ ਕਰਨਾ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਹੀ ਨਹੀਂ ਪੈਂਦਾ। ਸਾਡੀ ਕੌਮ ਦੇ ਵਿਦਵਾਨ, ਸਤਿਕਾਰਯੋਗ ਸੱਚਖੰਡ ਵਾਸੀ ਸੰਤ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਥੇ ਕਥਾ ਕਰਦੇ ਹੁੰਦੇ ਸਨ, ਤੇ ਮੈਂ ਉਹਨਾਂ ਦੀ ਗੱਲ ਚੇਤੇ ਰੱਖੀ ਹੈ, ਮੈਨੂੰ ਬੜੀ ਮਨ ਨੂੰ ਲੱਗੀ, ਚੰਗੀ ਲੱਗੀ। ਉਹਨਾਂ ਨੇ ਇੱਥੇ ਮੰਜੀ ਸਾਹਿਬ ਕਥਾ ਕਰਦਿਆਂ ਜ਼ਿਕਰ ਕੀਤਾ ਸੀ ਵੀ ਕਾਨਪੁਰ ਦੋ ਆਦਮੀ ਆਪਸ ਵਿੱਚ ਵਿਚਾਰਾਂ ਕਰਨ ਵੀ 84 ਦੇ ਵਿੱਚ ਸਿੱਖਾਂ ਨੂੰ ਇੰਨੀ ਮਾਰ ਪਈ, ਇਹਨਾਂ ਨੂੰ ਟਾਇਰਾਂ ਨਾਲ ਸਾੜਿਆ, ਅੱਗ ਲਾ ਕੇ ਸਾੜਿਆ। ਇਹ ਮਸਕੀਨ ਸਾਹਿਬ ਦੇ ਬੋਲੇ, ਇਸ ਮੰਜੀ ਸਾਹਿਬ ਦੇ। ਤੇ ਕਹਿਣ ਲੱਗਾ ਮੈਂ ਹੈਰਾਨ ਹਾਂ ਵੀ ਕਿਤੇ ਸਿੱਖ ਨੂੰ ਮੰਗਦਿਆਂ ਨਹੀਂ ਵੇਖਿਆ। ਘਰਾਂ ਦੇ ਘਰ ਇਹਨਾਂ ਸਾੜ ਕਰਤੇ, ਪਰਿਵਾਰਾਂ ਦੇ ਪਰਿਵਾਰ ਮਾਰ ਕਰਤੇ, ਪਰ ਮੈਂ ਕਿਸੇ ਸਟੇਸ਼ਨ ਤੇ ਮੰਗਦੇ ਨਹੀਂ ਵੇਖਿਆ। ਤੇ ਦੂਜਾ ਬਜ਼ੁਰਗ ਕਹਿਣ ਲੱਗਾ ਭਰਾਵਾ ਇਹਨਾਂ ਮੰਗਣਾ ਵੀ ਨਹੀਂ। ਆਖੇ ਕਿਉਂ? ਕਹਿੰਦਾ ਵੀ ਇਹਨਾਂ ਦੇ ਬਾਪੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ 20 ਰੁਪਈਆਂ ਦਾ ਖਰਾ ਸੌਦਾ ਕੀਤਾ ਨਾ, ਆਪਣੇ ਬਾਪੂ ਕੋਲ ਚਪੇੜਾਂ ਖਾ ਕੇ, ਉਹ ਇੰਨੀ ਐਫਡੀ ਕਰਾ ਗਿਆ ਇਸ ਕੌਮ ਵਾਸਤੇ ਵੀ ਇਹਨਾਂ ਨੂੰ ਜਿੰਨੀ ਮਰਜ਼ੀ ਕੋਈ ਦੁਨੀਆ ਦੀ ਤਾਕਤ ਤੰਗ ਕਰੇ, ਇਹਨਾਂ ਕੋਈ ਪੈਸੇ ਮੁੱਕਣੇ ਨਹੀਂ। ਇਹ ਮਸਕੀਨ ਸਾਹਿਬ ਦੇ ਬੋਲ ਨੇ ਇਸ ਸਟੇਜ ਤੇ। ਉਹ ਕਹਿੰਦੇ ਵੀ ਇਹਨਾਂ ਦਾ ਬਾਪੂ ਗੁਰੂ ਨਾਨਕ ਪਾਤਸ਼ਾਹ ਜਿਹੜੀ 20 ਰੁਪਈਆਂ ਦਾ ਖਰੇ ਸੌਦੇ ਦੀ ਐਫਡੀ ਕਰਾ ਗਿਆ, ਉਹ ਇੰਨੀ ਵੱਧ ਗਈ ਵੀ ਇਹ ਮੁੱਕ ਹੀ ਨਹੀਂ ਸਕਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਾਮ ਤੁਹਾਨੂੰ ਖਟਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਘਾਟਾ ਆਉਂਦਾ ਹੀ ਨਹੀਂ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਪਰ ਸੰਤਾਂ ਕੋਲ ਜਾਣ ਨੂੰ ਜੀਵ ਹੀ ਨਹੀਂ ਜੇ ਕਰਦਾ। ਇਹ ਬਾਬੇ ਨੇ ਕਹਿਣਾ ਬਾਣੀ ਪੜ੍ਹ, ਬਾਬੇ ਨੇ ਕਹਿਣਾ ਝਾੜੂ ਮਾਰਿਆ ਕਰ ਤੇ ਮੈਂ ਵਿਹਲਾ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਵੱਡੇ ਪੁੰਨ ਕੀਤੇ ਹੋਣ, ਚੰਗੇ ਕਰਮ ਕੀਤੇ ਹੋਣ ਨਾ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨ। ਇਹ ਨਹੀਂ ਵੀ ਸਵੇਰੇ ਨਿਤਨੇਮ ਕਰ ਲਿਆ ਤੇ ਕੰਮ ਮੁੱਕ ਗਿਆ, ਨਾ ਪਿਆਰਿਆ। ਅੱਠੇ ਪਰ ਪ੍ਰਮਾਤਮਾ ਦਾ ਨਾਮ ਵਾਲੇ ਪਾਸੇ ਨੂੰ ਖਿਆਲ ਰੱਖ, ਤੇ ਹਰੀ ਦੇ ਜਸ ਨੂੰ, ਹਰੀ ਦੀ ਵਡਿਆਈ ਨੂੰ ਸੁਣਨ ਦਾ ਯਤਨ ਕਰ। ਇਹ ਨਹੀਂ ਵੀ ਸਵੇਰੇ ਨਿਤਨੇਮ ਕਰ ਲਿਆ ਤੇ ਰੱਬ ਦਾ ਲਾਮਾ ਲਾ ਦਿੱਤਾ ਵੀ ਪਾਤਸ਼ਾਹ ਨਿਤਨੇਮ ਅੱਜ ਗਿਆ ਹੋ ਤੇ ਅੱਜ ਦੀਆਂ ਛੁੱਟੀਆਂ ਤੇ ਭੜਕੇ ਫੇਰ ਵੇਖਾਂਗੇ। ਆਪਾਂ ਇਹੋ ਕਰਦੇ ਨੇ ਵੀ ਅੱਧੇ ਘੰਟੇ 'ਚ ਨਿਤਨੇਮ ਨਿਬੇੜਿਆ। ਇੱਕ ਲਫ਼ਜ਼ ਆਮ ਮੈਂ ਵੇਖਿਆ ਲੋਕਾਂ ਨੂੰ ਕਹਿੰਦੇ ਆ ਤੇ ਬੇਨਤੀ ਕਰਾਂ ਉਹ ਨਾ ਵਰਤਿਆ ਕਰੋ। ਗਿਆਨੀ ਜੀ ਮੈਂ 15 ਮਿੰਟਾਂ 'ਚ ਨਿਤਨੇਮ ਨਿਬੇੜ ਲੈਣਾ। ਉਹ ਭਲਿਓ ਨਿਤਨੇਮ ਨਹੀਂ ਨਿਬੇੜੀ ਦਾ, ਪਾਪ ਨਿਬੇੜੀ ਦੇ ਨੇ, ਗੁਨਾਹ ਨਿਬੇੜੀ ਦੇ ਨੇ, ਬੁਰਾਈਆਂ ਨਿਬੇੜ ਕਹਿੰਦੇ ਨੇ ਖਤਮ ਕਰਨਾ। ਅਸੀਂ ਨਿਤਨੇਮ ਨੂੰ ਖਤਮ ਨਹੀਂ ਕਰਨਾ, ਆਪਣੇ ਗੁਨਾਹ ਤੇ ਪਾਪਾਂ ਨੂੰ ਖਤਮ ਕਰਨਾ। ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ। ਮੇਰੇ ਪਾਤਸ਼ਾਹ ਨੇ ਉਹ ਗੱਲ ਕਹੀ ਵੀ ਗੁਰਮੁਖਾ ਅੱਠੇ ਪੈਰੋਂ ਦਾ ਧਿਆਨ ਧਰ ਤੇ ਹਰੀ ਦੇ ਜਸ ਨੂੰ ਸੁਣਨ ਦਾ ਯਤਨ ਕਰ। ਇਹ ਹਜ਼ੂਰ ਨੇ ਸਾਡੇ ਤੇ ਰਹਿਮਤ ਕਰਕੇ ਬਖਸ਼ਿਆ। ਹੁਣ ਬਲਾਵਲ ਰਾਗ ਦੇ ਵਿੱਚ ਜਿਹੜੀ ਲੜੀਵਾਰ ਸੰਥਿਆ ਚੱਲਦੀ ਹੈ, ਪੌੜੀ ਦੀ ਵਿਚਾਰ ਸਰਵਣ ਕਰੋ ਜੀ। ਪੌੜੀ ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿਤ ਹਰ। ਆਮ ਕਰਕੇ ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਦੱਖਣ ਦੇਸ ਹਰੀ ਕਾ ਬਾਸਾ, ਪਛਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ। ਕਿਸੇ ਦਾ ਖਿਆਲ ਹੈ ਵੀ ਰੱਬ ਦੱਖਣ ਵਿੱਚ ਰਹਿੰਦਾ ਹੈ, ਕਿਸੇ ਦਾ ਖਿਆਲ ਹੈ ਵੀ ਰੱਬ ਪਛਮ ਵਿੱਚ ਰਹਿੰਦਾ ਹੈ।
ਲੇਕਿਨ ਗੁਰਮਤਿ ਦਾ ਸਿਧਾਂਤ ਇਹ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਉਹ ਸਾਰਿਆਂ ਦੇ ਵਿੱਚ ਹੈ। ਜਿਹੜੀ ਫਾਰਸੀ ਹੈ ਨਾ, ਇਹਦੇ ਸਭ ਤੋਂ ਮੁੱਖ ਵਿਦਵਾਨ ਮੰਨਿਆ ਸ਼ੇਖ ਸ਼ਾਦੀ ਨੂੰ। ਜਿਵੇਂ ਪੰਜਾਬੀ ਦੇ ਨੇ ਭਾਈ ਵੀਰ ਸਿੰਘ ਜੀ ਨੂੰ, ਵਾਰਿਸ ਸ਼ਾਹ ਨੂੰ ਪੰਜਾਬੀ ਲਿਟਰੇਚਰ ਦਾ ਮੁੱਖ ਵਿਦਵਾਨ ਮੰਨਿਆ, ਅੰਗਰੇਜ਼ੀ ਦਾ ਸ਼ੈਕਸਪੀਅਰ ਨੂੰ ਮੰਨਿਆ। ਇਸੇ ਤਰ੍ਹਾਂ ਜਿਹੜਾ ਫਾਰਸੀ ਸਾਹਿਤ ਹੈ ਨਾ, ਇਹਦਾ ਉਹਨੂੰ ਵਿਦਵਾਨ ਮੰਨਿਆ ਸ਼ੇਖ ਸ਼ਾਦੀ ਨੂੰ। ਤੇ ਉਹਨੇ ਰੋਜ਼ਾਨਾ ਆਪਣੇ ਵਿਖਿਆਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਕਹਿਣਾ ਵੀ ਪੁੱਤਰ ਰੱਬ ਹਰ ਥਾਂ ਤੇ ਵਸਦਾ ਹੈ। ਆਖਰਕਾਰ ਪਤਾ ਨਹੀਂ ਉਹਨੇ ਕਿੰਨਾ ਕੁ ਚਿਰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਇਆ, ਤੇ ਇੱਕ ਦਿਨ ਕਹਿਣ ਲੱਗਾ ਵੀ ਕਾਕਾ ਤੁਸੀਂ ਮੈਨੂੰ ਮੇਰੇ ਜੋ ਤੁਹਾਨੂੰ ਕਹਿਣਾ ਦੱਸੋ। ਤੇ ਇੱਕ ਵਿਦਿਆਰਥੀ ਨੇ ਹੱਥ ਖੜਾ ਕੀਤਾ, ਕਹਿਣ ਲੱਗਾ ਅੱਜ ਉਸਤਾਦ ਜੀ ਮੈਨੂੰ ਆ ਗਿਆ ਤੂੰ ਮੈਂ ਦੱਸਦਾ ਵੀ ਰੱਬ ਕਿੱਥੇ ਰਹਿੰਦਾ। ਉਹ ਕਹਿਣ ਲੱਗੇ ਵੀ ਤਾਂ ਕਦੇ ਬੋਲਿਆ ਨਹੀਂ। ਕਹਿਣ ਲੱਗਾ ਪੁੱਤਰ ਤੂੰ ਇਹ ਦੱਸ ਦੇ। ਕਹਿੰਦਾ ਜੀ ਹਰ ਥਾਂ ਦੇ ਵਸਦਾ ਪਰ ਆਪਣੇ ਅੰਦਰ ਨਹੀਂ ਵਸਦਾ। ਸ਼ੇਖ ਸ਼ਾਦੀ ਹੈਰਾਨ ਹੋਏ, ਕਹਿਣ ਲੱਗਾ ਵੀ ਤੂੰ ਤਾਂ ਗੱਲ ਬੜੀ ਮਾਰ ਕੇ ਦੀ ਕੀਤੀ, ਮੈਂ ਤਾਂ ਰੋਜ਼ਾਨਾ ਜਦੋਂ ਵੀ ਤੁਹਾਨੂੰ ਵਿਖਿਆਨ ਦੇਣਾ ਤੇ ਮੈਂ ਕਹਿਣਾ ਵੀ ਰੱਬ ਹਰ ਥਾਂ ਤੇ ਵਸਦਾ, ਤੂੰ ਮੇਰੀ ਗੱਲ ਹੀ ਕੱਟ ਘੱਤੀ। ਉਹ ਵਿਚਾਰਵਾਨ ਬੱਚਾ ਕਹਿਣ ਲੱਗਾ ਉਸਤਾਦ ਜੀ ਤੁਸੀਂ ਠੀਕ ਆਪਣੀ ਥਾਂ ਤੇ, ਲੇਕਿਨ ਮਨੁੱਖ ਵਿੱਚ ਇੱਕ ਕਮਜ਼ੋਰੀ ਹੈ, ਉਹ ਆਪਣੇ 'ਚ ਮੰਨਣ ਦੀ ਬਜਾਏ ਦੂਜੇ ਥਾਵਾਂ ਤੇ ਮੰਨਦਾ ਹੈ। ਮੈਂ ਇੱਕ ਬੇਨਤੀ ਕਰਨ ਲੱਗਾ, ਇਹਦਾ ਗਲਤ ਅਰਥ ਨਾ ਕਰਨਾ, ਮੈਂ ਪਹਿਲਾਂ ਮੁਆਫੀ ਮੰਗ ਲਾਂ। ਆਪਾਂ ਅੰਮ੍ਰਿਤਸਰ ਵਾਲੇ ਕਹਿੰਦੇ ਵੀ ਜਿੰਨਾ ਚਿਰ ਹਜ਼ੂਰ ਸਾਹਿਬ ਨਾਲ ਨਾ ਗਏ ਗੱਲ ਨਹੀਂ ਬਣਨੀ, ਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਵੀ ਆਪਾਂ ਅੰਮ੍ਰਿਤਸਰ ਨਾਲ ਗਏ ਤੇ ਸਾਡੀ ਯਾਤਰਾ ਪ੍ਰਵਾਨ ਨਹੀਂ। ਤੇ ਇਹਦਾ ਭਾਵ ਉਹਨਾਂ ਦਾ ਰੱਬ ਇੱਥੇ ਆ ਤੇ ਸਾਡਾ ਉੱਥੇ ਹੋਇਆ। ਕਿਹੜੀ ਜਗ੍ਹਾ ਹੈ ਜਿੱਥੇ ਰੱਬ ਨਹੀਂ? ਅਸੀਂ ਰੋਜ਼ਾਨਾ ਜਾਪ ਸਾਹਿਬ ਦਾ ਪਾਠ ਕਰਦੇ ਤੇ ਸੁਣਦੇ ਹਾਂ, ਹਜ਼ੂਰ ਕਹਿੰਦੇ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਤੋਂ ਭਾਵ ਕੰਟੀਨਿਊਸਲੀ ਲਗਾਤਾਰ। ਜਿੱਥੇ ਕਿੱਥੇ ਹੈ ਨਾ, ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਾ ਹੋਵੇ। ਉਹ ਵਿਚਾਰ ਇੱਥੇ ਆ, ਸਭਨਾ ਜੀਆਂ ਵਿੱਚ ਹਰ ਆਪ ਜਿਹੜਾ ਪਰਿਪੂਰਨ ਪਰਮਾਤਮਾ ਭਾਈ ਉਹ ਸਾਰਿਆਂ ਦੇ ਵਿੱਚ ਹੈ। ਸਭ ਸੋ ਭਗਤਾਂ ਕਾ ਮਿਤ ਹਾਰ। ਪਰ ਜਿਹੜੇ ਉਹਦੇ ਭੈ ਚ ਰਹਿੰਦੇ ਨੇ ਨਾ, ਉਹਨਾਂ ਦਾ ਉਹ ਮਿੱਤਰ ਹੈ। ਬਾਬੇ ਕਬੀਰ ਦੀ ਰੱਖਿਆ ਕੀਤੀ, ਬਾਬੇ ਨਾਮਦੇਵ ਦੀ ਰੱਖਿਆ ਕੀਤੀ। ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ। ਜਿਵੇਂ ਆਪਾਂ ਕਹਿੰਦੇ ਵੀ ਜੇ ਵਿਦਿਆ ਦਾ ਆਪਣਾ ਪੇਪਰ ਨੇ ਕਾਲਜਾਂ ਦੇ, ਤੇ ਆਪਾਂ ਕਹਿੰਦੇ ਸਰਸਵਤੀ ਦੇਵੀ ਦਾ ਧਿਆਨ ਕਰੀਏ। ਜੇ ਕਿਸੇ ਨੇ ਘੁਲਣ ਜਾਣਾ ਤੇ ਕਹਿੰਦਾ ਵੀ ਬਾਬੇ ਹਨੂੰਮਾਨ ਨੂੰ ਚੇਤੇ ਕਰੀਏ। ਔਰ ਅਸੀਂ ਤਾਕਤਾਂ ਵੰਡੀਆਂ, ਜਿਵੇਂ ਮਹਿਕਮੇ ਨੇ ਖੇਤੀਬਾੜੀ ਮੰਤਰੀ ਤੇ ਕਾਨੂੰਨ ਵਾਲਾ, ਰੇਲਵੇ ਵਾਲਾ, ਅਸੀਂ ਰੱਬ ਦੇ ਵੀ ਮਹਿਕਮੇ ਵੰਡੇ ਨੇ, ਲੇਕਿਨ ਗੁਰਮਤਿ ਸਹਿਮਤ ਨਹੀਂ। ਗੁਰਮਤਿ ਕਹਿੰਦੀ ਭਾਈ ਉਹਦਾ ਪਰਿਪੂਰਨ ਪਰਮਾਤਮਾ ਨਾਲ ਸਭ ਕੋ ਹਰ ਕੇ ਵਸ, ਸਾਰਾ ਕੁਝ ਪਰਮਾਤਮਾ ਦੇ ਕੰਟਰੋਲ 'ਚ। ਉਹਦੇ ਵਿੱਚ ਕੋਈ ਵੀ ਕਾਰਜ ਹੋਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰ। ਕੋਈ ਵੀ ਕਾਰਜ ਹੋਵੇ, ਸਭ ਕੋ ਹਰ ਕੇ ਵਸ, ਸਾਰਾ ਕੁਝ ਉਸ ਪਰਿਪੂਰਨ ਪਰਮਾਤਮਾ ਦੇ ਵਸ ਵਿੱਚ, ਕੰਟਰੋਲ ਵਿੱਚ ਹੈ। ਹਰ ਭਗਤਾਂ ਕਾ ਮੇਲੀ ਸਰਬੱਤ ਸੋ। ਆਮ ਸਾਡੀ ਬੋਲੀ ਵੀ ਗੁਰਮੁਖਾ ਰੱਬ ਦਾ ਭੈ ਕਰਿਆ ਕਰ। ਇੰਨਾ ਭੈ ਕਿਉਂ ਲਾਇਆ? ਇਹ ਸਾਡੀ ਆਮ ਬੋਲੀ ਹੈ। ਭਗਤਾ ਭਾਵਨ ਦਾ ਭੈ ਵਾਲੀ ਗਤੀ, ਜਿਹੜਾ ਪਰਮਾਤਮਾ ਦਾ ਖੌਫ ਰੱਖਦਾ ਹੈ। ਸਾਡਾ ਸੁਭਾਅ ਹੈ ਲੋਕਾਂ ਤੋਂ ਪਰਦਾ ਕਰਦੇ ਤੇ ਰੱਬ ਦਾ ਸਾਨੂੰ ਡਰ ਹੀ ਨਹੀਂ। ਤੇ ਰੱਬ ਕਿਹੜਾ ਵੇਂਦਾ ਹੈ? ਜਦ ਕਿ ਗੁਰਮਤਿ ਕਹਿੰਦੀ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂਸ਼ ਪਾਵੇ। ਬੰਦਿਆਂ ਕੋਲੋਂ ਪਰਦਾ ਕਰ ਲਿਆ ਪਰ ਤੇਰੇ ਕੋਲੋਂ ਪਰਦਾ ਨਹੀਂ ਹੋਣਾ। ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਭੈ ਵਾਲੀ ਗਤੀ 'ਚ ਨੇ ਨਾ, ਉਹਨਾਂ ਦੇ ਘਰ ਆਨੰਦ ਹੀ ਆਨੰਦ ਹੈ, ਖੁਸ਼ੀ ਹੀ ਖੁਸ਼ੀ ਹੈ। ਨਿਸਲ ਜਨ ਟੰਗ ਧਾਰ। ਸੋ ਇਸ ਪ੍ਰਕਾਰ ਹਰ ਭਗਤਾਂ ਕਾ ਮੇਲੀ, ਮੇਲੀ ਤੋਂ ਭਾਵ ਮਲਾਪੀ, ਜਿਹਨੂੰ ਆਪਾਂ ਕਹਿੰਦੇ ਪੱਕਾ ਦੋਸਤ, ਬੋਜ਼ਮ ਫਰੈਂਡ, ਜਿਹੜਾ ਪਰਮਾਤਮਾ ਨਾ ਉਹ ਭਗਤਾਂ ਦਾ ਪਰਮ ਮਿੱਤਰ ਹੈ, ਜਿਹਨੂੰ ਆਪਾਂ ਆਮ ਪੇਂਡੂ ਬੋਲੀ ਲਫ਼ਜ਼ ਫੱਬਦੇ ਨਹੀਂ, ਲੰਗੋਟੀਆ ਯਾਰ ਦੋਸਤ। ਹਰ ਭਗਤਾਂ ਕਾ ਮੇਲੀ ਸਰਬੱਤ, ਸਾਰੇ ਜਣੇ। ਸੌਂ ਦਾ ਭਾਵ ਇਹ ਜਿਵੇਂ ਗੁਰਮੁਖ ਨੇ ਪੜ੍ਹਿਆ ਨਾ, ਇੱਥੇ ਬਿੰਦੀ ਲਾ ਕੇ ਦਾ ਉਚਾਰਨ ਕਰਨਾ ਹੈ। ਗੁਰਮੁਖਾ ਜਿਹੜੇ ਉਹਦੇ ਬਣ ਗਏ ਨੇ ਨਾ, ਸਾਰੇ ਜਿਹੜੇ ਨੇ ਉਹ ਬੇਖੌਫ ਹੋ ਕੇ ਸੌਣ। ਨਿਸਲ ਜਨ ਟੰਗ ਧਰ, ਇਹ ਸਾਡਾ ਆਮ ਕਹਾਵਤ ਹੈ ਵੀ ਫਲਾਣਾ ਲੱਤਾਂ ਨਸਾਲ ਕੇ ਪਿਆ, ਉਹਨੂੰ ਫਿਕਰ ਹੀ ਕੋਈ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਨਿਸਲ ਹੋ ਕਰਕੇ ਟੰਗ ਤੇ ਟੰਗ ਰੱਖ ਕੇ ਸੌਂ,
ਤੂੰ ਉਹਦਾ ਬਣ ਜਾ, ਤੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ। ਹਰ ਸਭਨਾ ਕਾ ਹੈ ਖਸਮ। ਖਸਮ ਦਾ ਭਾਵ ਮਾਲਕ ਜਿਹੜਾ ਹਰ ਥਾਂ ਤੇ ਵਿਆਪਕ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ ਹਰ ਦੇ ਗੁਰਮੁਖ 52 ਅਰਥ ਕੀਤੇ ਨੇ ਮਾਨਕੋਸ਼ ਵਿੱਚ। ਹਰ ਸ਼ਬਦ ਆਪਾਂ ਆਮ ਬੋਲਦੇ ਹਾਂ, ਤੇ ਭਾਈ ਕਾਹਨ ਸਿੰਘ ਨਾਭਾ ਨੇ ਹਰ ਦੇ ਅਰਥ 52 ਕੀਤੇ ਨੇ ਮਾਨਕੋਸ਼ ਵਿੱਚ, ਤੇ ਸਾਰੰਗ ਦੇ 72 ਅਰਥ ਕੀਤੇ ਨੇ। ਹਰ ਦਾ ਅਰਥ ਚੋਰ ਵੀ ਹੈ, ਹਰ ਦਾ ਅਰਥ ਅੱਗ ਵੀ ਹੈ, ਹਰ ਦਾ ਅਰਥ ਪਾਣੀ ਵੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਕੋਲੋਂ ਵਿਦਿਆ ਪੜ੍ਹੀ ਹੈ ਨਾ, ਜਦੋਂ ਸਾਨੂੰ ਉਹਨਾਂ ਅਰਥ ਪੜ੍ਹਾਏ ਤੇ ਮੈਂ ਸ਼ੰਕਾ ਕੀਤਾ ਵੀ ਮਹਾਂਪੁਰਸ਼ ਸਾਨੂੰ ਚੰਗਾ ਪੜ੍ਹਾਉਣ ਲੱਗੇ, ਨਾਲੇ ਕਹਿੰਦੇ ਰੱਬ ਚੋਰ ਹੈ ਤੇ ਨਾਲੇ ਤੁਸੀਂ ਕਹਿੰਦੇ ਵੀ ਰੱਬ ਸਭ ਦਾ ਮਾਲਕ, ਤੇ ਇਹ ਦੋ ਲਫ਼ਜ਼ ਕਿਵੇਂ? ਉਹ ਕਹਿੰਦੇ ਪੁੱਤਰਾ ਲਫ਼ਜ਼ ਅਰਥ ਠੀਕ ਨੇ, ਪਰ ਤੈਨੂੰ ਸਮਝ ਨਹੀਂ ਅਜੇ, ਹੌਲੀ ਹੌਲੀ ਪੈ ਜਾਏਗੀ। ਕਹਿੰਦੇ ਇਹ ਲਫ਼ਜ਼ ਤਾਂ ਹੈ ਜਦੋਂ ਕਿਸੇ ਦੇ ਘਰ ਚੋਰ ਚੋਰੀ ਕਰਦਾ ਤੇ ਘਰ ਵਾਲੇ ਨੂੰ ਪਤਾ ਨਹੀਂ ਚੱਲਦਾ, ਸਾਰਾ ਘਰ ਖਾਲੀ ਕਰਕੇ ਚਲਾ ਜਾਂਦਾ। ਇਸੇ ਪ੍ਰਕਾਰ ਪਰਿਪੂਰਨ ਪ੍ਰਮਾਤਮਾ ਇਹੋ ਜਿਹਾ ਦਿਆਲੂ ਹੈ ਨਾ, ਜਿਹੜਾ ਕੱਲ ਦਾ ਗੁਨਾਹਗਾਰ ਸੀ ਉਹਦੇ ਤੇ ਰਹਿਮਤ ਕੀਤੀ, ਉਹਦਾ ਜੀਵ ਨਹੀਂ ਬਦਲ ਘਟਿਆ, ਉਹਦੇ ਅੰਦਰੋਂ ਬਰਿਆਈਆਂ ਕੱਢ ਹੀ ਦਿੱਤੀਆਂ। ਇਸ ਕਰਕੇ ਜਿਹੜਾ ਹਰ ਥਾਂ ਤੇ ਵਿਆਪਕ ਹੈ, ਦੁੱਖਾਂ ਦਾ ਹਾਰ ਘਰੇ ਭਰੇ ਕਰਨ ਵਾਲਾ ਨਾ, ਉਹ ਸਾਰਿਆਂ ਦਾ ਭਾਈ ਮਾਲਕ ਹੈ। ਸੋ ਭਗਤ ਜਨ ਚਿਤ ਕਰ। ਔਰ ਉਹ ਪਰਮੇਸ਼ਰ ਦੇ ਪਿਆਰੇ ਦਾਸਾ ਭਾਵ ਧਾਰ ਕੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕਰਦੇ ਨੇ। ਅਥਵਾ ਤੂੰ ਵੀ ਚਿੰਤਨ ਕਰਨਾ ਕਰ। ਚੱਚੇ ਨੂੰ ਸਿਹਾਰੀ ਤੇ ਤੱਤੇ ਨੂੰ ਸਿਹਾਰੀ ਹੋਣ ਕਰਕੇ ਇਹਨੂੰ ਕਵਾਂਗੇ ਕਿਰਿਆ। ਸੋ ਜਿਹੜਾ ਉਹ ਸਾਰਿਆਂ ਦਾ ਵਾਪਕ ਹੈ ਨਾ ਪ੍ਰਮਾਤਮਾ, ਭਾਈ ਤੂੰ ਵੀ ਆਪਣੇ ਚਿੱਤ ਕਰਕੇ ਉਹਨੂੰ ਚੇਤੇ ਕਰਨਾ ਕਰ, ਉਹਦੀ ਭੈ ਭਾਵਨਾ ਰੱਖਣਾ ਕਰ। ਤੁਧ ਆਪੜ ਕੋਏ ਨਾ ਸਕੈ, ਸਭ ਚਖ ਚਖ ਪਵੈ ਝਾੜ। ਜੇ ਆਪਾਂ ਆਖੀਏ ਨਾ ਕਿ ਪਰਮੇਸ਼ਰ ਦਾ ਅੰਤ ਪਾਲੀਏ ਤੇ ਹਜ਼ੂਰ ਕਹਿੰਦੇ ਵੀ ਤੈਨੂੰ ਕੋਈ ਪਹੁੰਚ ਨਹੀਂ ਹੋ ਸਕਦਾ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਪਾਰਾਵਾਰ ਤੋਂ ਭਾਵ ਹੁੰਦਾ ਹੈ ਪਾਰ ਪਰਲਾ ਬੰਨਾ ਤੇ ਵਾਰ ਉਰਲਾ ਬੰਨਾ। ਨਾ ਸਾਨੂੰ ਉਹਦਾ ਉਰਲਾ ਬੰਨਾ ਲੱਭਦਾ ਤੇ ਨਾ ਪਾਰਲਾ ਲੱਭਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ, ਹੇ ਵਾਹਿਗੁਰੂ ਨੂੰ ਸੰਬੋਧਨ ਕਰਕੇ ਬੇਨਤੀ ਕਰੋ, ਵਾਹਿਗੁਰੂ ਕੋਈ ਤੇਰੀ ਕਿਸੇ ਦੀ ਤੇਰੇ ਤੱਕ ਪਹੁੰਚ ਨਹੀਂ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਹਾਂ ਝੱਖਾਂ ਮਾਰ ਮਾਰ ਕੇ ਮੈਂ ਐਂ ਕਰ ਦਿੱਤਾ, ਮੈਂ ਔਂ ਕਰ ਲਾਂਗੇ, ਇਹਨੂੰ ਕਹਿੰਦੇ ਝੱਖਾਂ ਮਾਰਨੀਆਂ, ਬਿਨਾਂ ਵਜ੍ਹਾ ਤੋਂ ਬੋਲੀ ਜਾਣਾ। ਕਹਿੰਦੇ ਇਸ ਪ੍ਰਕਾਰ ਝੱਖਾਂ ਮਾਰ ਮਾਰ ਕੇ ਕਈ ਝੜ ਗਏ, ਕਈ ਡਿੱਗ ਗਏ, ਪਰ ਤੇਰਾ ਅੰਤ ਨਾ ਪਾਇਆ ਗਿਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤੇ ਬ੍ਰਾਹਮਣਾ। ਸਤਿਗੁਰੂ ਪਾਤਸ਼ਾਹ ਕੇ ਸਾਡੇ ਹਿੰਦੁਸਤਾਨ ਵਿੱਚ ਪੀੜ੍ਹੀਆਂ ਤੋਂ ਲੈ ਕਰਕੇ ਜਿਹੜੀ ਜਾਤ ਦਾ ਨਾਂ ਚੰਬੜ ਗਿਆ ਉਹ ਚੰਬੜਿਆ ਰਹਿਣਾ। ਪਰ ਮੇਰੇ ਪਾਤਸ਼ਾਹ ਕਹਿੰਦੇ ਬੰਦਾ ਕਰਮ ਕਰਕੇ ਉਹ ਹੈ, ਜਿਹਦੇ ਕਰਮ ਚੰਗੇ ਉਹ ਚੰਗਾ, ਜਿਹਦੇ ਕਰਮ ਮਾੜੇ ਉਹ ਮਾੜਾ। ਬ੍ਰਹਮ ਦਾ ਅਰਥ ਹੈ ਪਰਮਾਤਮਾ। ਲਗਾ ਮਾਤਰਾ ਦੇ ਨਾਲ ਅਰਥ ਬਦਲ ਜਾਂਦੇ ਨੇ। ਬੱਬੇ ਦੇ ਪੈ ਥੱਲੇ ਰਾਰਾ, ਹਾਹਾ ਤੇ ਮੰਮੇ ਥੱਲੇ ਫਿਰ ਔਂਕੜ। ਇਹਦਾ ਭਾਵ ਹੈ ਕੇਵਲ ਤੇ ਕੇਵਲ ਇੱਕ ਪਰਮਾਤਮਾ। ਤੇ ਜੇ ਔਂਕੜ ਨਾ ਹੋਵੇ ਤੇ ਕੰਨਾਂ ਲੱਗ ਜੇ ਮੁੜ ਕੇ ਬ੍ਰਹਮਾ ਬਣ ਜਾਏਗਾ, ਉਹ ਇੱਕ ਦੇਵਤਾ ਹੈ। ਇੱਥੇ ਇਹਦਾ ਭਾਵ ਹੈ ਕਿ ਉਹ ਪਰਿਪੂਰਨ ਪਰਮਾਤਮਾ ਜੋ ਇੱਕ ਹੈ ਨਾ, ਬਿੰਦੇ ਦਾ ਅਰਥ ਹੁੰਦਾ ਜਾਣਨਾ। ਜਿਹੜੇ ਉਸ ਪਰਮਾਤਮਾ ਨੂੰ ਜਾਣ ਲਏ ਨੇ, ਜਿਨ੍ਹਾਂ ਨੇ ਸਮਝ ਲਿਆ ਨਾ, ਅਸਲ ਵਿੱਚ ਉਹ ਬ੍ਰਾਹਮਣ ਹਨ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜਿਹਨੂੰ ਵਿਦਾਨ ਦੇ ਗ੍ਰੰਥਾਂ 'ਚ ਅਸੀਂ ਪੜ੍ਹਿਆ ਬ੍ਰਹਮ ਜਨੰਤੀ ਤੇ ਬ੍ਰਾਹਮਣਾ, ਉਹਦਾ ਬਾਣੀ ਵਿੱਚ ਇਹਦਾ ਭਾਵ ਇਹ ਹੈ ਬ੍ਰਹਮ ਬਿੰਦੇ ਤੇ ਬ੍ਰਾਹਮਣਾ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸਮਝ ਲਿਆ ਨਾ, ਜਾਣ ਲਿਆ, ਉਹਨਾਂ ਨੂੰ ਬ੍ਰਾਹਮਣ ਜਾਣਨਾ ਕਰੀਏ। ਜੇ ਚੱਲ ਹੈ ਸਤਿਗੁਰ ਭਾਏ। ਭਾਈ ਭਾਏ ਤੋਂ ਭਾਵ ਰਜਾਏ। ਗੁਰੂ ਪਾਤਸ਼ਾਹ ਦੀ ਭਾਵਨਾ, ਗੁਰੂ ਦੀ ਇੱਛਾ ਦੇ ਮੁਤਾਬਕ, ਜੋ ਗੁਰੂ ਦੇ ਸਿਧਾਂਤ ਮੁਤਾਬਕ ਚੱਲਦੇ ਨੇ, ਅਸਲੀ ਬ੍ਰਾਹਮਣ ਉਹ ਹਨ। ਜਿਨ ਕੈ ਹਿਰਦੈ ਹਰਿ ਵਸੈ। ਤੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ 'ਚੋਂ ਪਰਮਾਤਮਾ ਵਸਦਾ ਹੈ। ਹਉ ਮੈਂ ਰੋਗ ਗਵਾਏ। ਔਰ ਪਰਮਾਤਮਾ ਦਾ ਚਿੰਤਨ ਕਰਨ ਕਰਕੇ, ਉਹਦੇ ਨਾਲ ਜੁੜਨ ਕਰਕੇ ਜਿਹੜਾ ਮੈਂ ਦਾ ਰੋਗ ਸਾਨੂੰ ਚੰਬੜਿਆ ਨਾ, ਉਹ ਹਉਮੈ ਦਾ ਰੋਗ ਚਲਾ ਗਿਆ, ਗਵਾਚ ਗਿਆ, ਖਤਮ ਹੋ ਗਿਆ। ਗੁਣ ਰਵੈ ਗੁਣ ਸੰਗ ਰਹੈ। ਗੁਰਮੁਖੋ ਕਿਤੇ ਗੁਰਬਾਣੀ ਨੂੰ ਠੰਡੇ ਦਿਲ ਨਾਲ ਵਿਚਾਰਿਆ ਕਰੋ, ਕਿਤੇ ਨੁਕਤਾ ਤੇ ਬੜਾ ਕੁਝ ਮਿਲਦਾ ਜੇ ਆਪਾਂ ਵਿਚਾਰਦੇ ਨਹੀਂ।
ਆ ਦੋ ਸ਼ਬਦ ਪੜ੍ਹੇ ਨੇ ਭਾਈ ਸਾਹਿਬ ਨੇ, ਗੁਣ ਰਵੇ ਗੁਣ ਸੰਗ੍ਰਹਿ। ਇਹਦਾ ਭਾਵ ਕੀ ਹੋਇਆ? ਰਵੇ ਦਾ ਭਾਵ ਉਚਾਰਨਾ ਤੇ ਸੰਗ੍ਰਹਿ ਦਾ ਭਾਵ ਇਕੱਠੇ ਕਰਨਾ। ਆਪਾਂ ਇਹ ਤਾਂ ਕਹੀ ਜਾਂਦੇ ਵੀ ਹੇਰਾ ਫੇਰੀ ਮਾੜੀ ਪਰ ਦਾ ਲੱਗੇ ਤੇ ਕਰ ਲੈਂਦੇ ਆ। ਇੱਥੇ ਗੁਰਦੇਵ ਕਹਿੰਦੇ ਵੀ ਗੁਰਮੁਖਾ ਗੁਣ ਆਚਾਰ ਵੀ ਤੇ ਗੁਣਾਂ ਨੂੰ ਇਕੱਠਿਆਂ ਵੀ ਕਰ ਕਹਿੰਦੇ। ਆਪਾਂ ਦੇਸੀ ਭਾਸ਼ਾ 'ਚ ਕਰਾਂਗੇ ਪ੍ਰੈਕਟੀਕਲ ਲਾਈਫ। ਪਰਮਾਤਮਾ ਦੇ ਗੁਣ ਵੀ ਆਚਾਰ ਤੇ ਗੁਣਾਂ ਨੂੰ ਇਕੱਠਿਆਂ ਕਰਨਾ ਵੀ ਕਰਤੇ ਜੇ ਕਰੇਗਾ ਫਿਰ ਹੋਵੇਗਾ ਕਿ ਜੋਤੀ ਜੋਤ ਮਿਲਾਏ। ਫਿਰ ਗੁਰਮੁਖਾ ਤੂੰ ਰੱਬ ਦਾ ਰੂਪ ਹੋ ਜਾਏਗਾ, ਉਹਦੇ 'ਚ ਭੇਦ ਹੋ ਜਾਵੇਗਾ। ਤੂੰ ਕਰਤਾ ਤੂੰ ਆ ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਾਂ ਤੂੰ। ਤੇਰੀ ਅਵਸਥਾ ਬਣ ਜਾਏਗੀ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ। ਇਸ ਯੁਗ ਮਹਿ ਵਿਰਲੇ ਬ੍ਰਾਹਮਣ। ਸਤਿਗੁਰੂ ਪਾਤਸ਼ਾਹ ਕਹਿੰਦੇ ਲੇਬਲ ਵਾਲੇ ਤਾਂ ਬੜੇ ਨੇ, ਪਰ ਜਿਹੜੇ origignal ਅਸਲੀ ਬ੍ਰਾਹਮਣ ਨੇ ਨਾ ਉਹ ਬਹੁਤ ਘੱਟ ਹਨ। ਬ੍ਰਾਹਮ ਬਿੰਦੈ ਚਿਤ ਲਾਏ। ਕਹਿੰਦੇ ਨੇ ਉਹਨਾਂ ਦੀ ਗੱਲ ਕਰਦਾ ਜਿਹੜੇ ਚਿੱਤ ਲਾ ਕੇ ਉਸ ਪ੍ਰਮਾਤਮਾ ਨੂੰ ਜਾਣਦੇ ਨੇ, ਸਮਝਦੇ ਹਨ। ਨਾਨਕ ਜਿਨ ਕਉ ਨਦਰ ਕਰੇ। ਇੱਥੇ ਸਤਿਗੁਰੂ ਪਾਤਸ਼ਾਹ ਨੇ ਫਿਰ ਗੁਰਮਤਿ ਦਾ ਸਾਰਿਆਂ ਤੋਂ ਅਹਿਮ ਨੁਕਤਾ ਦੱਸਿਆ ਵੀ ਗੁਰਮੁਖਾ ਮਿਹਨਤ ਨਾਲ ਬਾਤ ਨਹੀਂ ਬਣਦੀ। ਉਸ ਵਾਹਿਗੁਰੂ ਕੋਲੋਂ ਕਿਰਪਾ ਮੰਗ, ਜਿਵੇਂ ਆਪਾਂ ਆਮ ਕਰਕੇ ਕਹਿੰਦੇ ਵਾਹਿਗੁਰੂ ਰਹਿਮ ਕਰ, ਦਇਆ ਕਰ, ਤਰਸ ਕਰ, ਇਹ ਆਪਣੀ ਬੋਲੀ ਹੈ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨਾਨਕ ਜਿਨ ਕੋ ਨਜ਼ਰ ਕਰੇ, ਜਿਨ੍ਹਾਂ ਤੋਂ ਉਹ ਆਪਣੀ ਬਖਸ਼ਿਸ਼ ਕਰਦੇ, ਜਿਨ੍ਹਾਂ ਤੋਂ ਉਹ ਆਪਣੀ ਨਿਗਾਹ ਕਰਦੇ। ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ। ਕਹਿੰਦੇ ਭਾਈ ਉਹਦਾ ਹਰ ਥਾਂ ਤੇ ਵਿਆਪਕ ਸੱਚਾ ਪਰਮਾਤਮਾ ਜਿਨ੍ਹਾਂ ਤੇ ਨਿਗਾਹ ਕਰਦਾ ਹੈ, ਸੇ ਨਾਮ ਰਹੇ ਲਿਵ ਲਾਏ। ਉਹ ਭਾਈ ਆਪਣੀ ਅੰਦਰ ਦੀ ਬਿਰਤੀ ਨੂੰ ਪਰਮਾਤਮਾ ਨਾਲ ਜੋੜਦੇ ਹਨ। ਆਨੰਦ ਸਾਹਿਬ ਦੀ ਬਾਣੀ ਤਾਂ ਸਾਰੀ ਗੁਰਮੁਖ ਅੰਮ੍ਰਿਤ ਰੂਪ ਹੈ। ਤੇ ਕਈ ਬੰਦੇ ਗੁਰਮੁਖ ਪਿਆਰੇ ਭੈਣਾਂ ਭਰਾ ਕਹਿੰਦੇ ਵੀ ਗਿਆਨੀ ਸਮਝ ਨਹੀਂ ਪੈਂਦੀ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ ਵੀ ਆਨੰਦ ਸਾਹਿਬ ਦੀ ਬਾਣੀ ਬਿਲਕੁਲ ਮਹਾਰਾਜ ਨੇ ਸਰਲ ਭਾਸ਼ਾ ਵਿੱਚ ਸਾਨੂੰ ਦੱਸੀ ਤੇ ਸਾਡਾ ਸ਼ੰਕਾ ਕੋਈ ਹੀ ਨਹੀਂ ਜਾਂਦਾ, ਪਰ ਆਪਾਂ ਵਿਚਾਰਦੇ ਹੀ ਨਹੀਂ। ਆ ਲਿਵ ਤੋਂ ਮੈਨੂੰ ਚੇਤੇ ਆਇਆ, ਆਪਾਂ ਪੜ੍ਹਦੇ ਆਨੰਦ ਸਾਹਿਬ ਦੀ ਪੌਣੀ, ਸਾਚੀ ਲਿਵੇ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਦ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ। ਜਿਹੜੀ ਦੇਹ ਹੈ ਨਾ ਕਿਸੇ ਕੰਮ ਸਾਚੀ ਲਿਵੇ ਬਿਨ ਦੇਹ ਨਿਮਾਣੀ, ਪਰਮਾਤਮਾ ਦੇ ਨਾਲ ਲਿਵ ਤੋਂ ਬਿਨਾਂ ਇਹ ਕਿਸੇ ਕੰਮ ਦੀ ਨਹੀਂ। ਦੇਹ ਨਿਮਾਣੀ ਲਿਵੇ ਬਾਝੋਂ, ਫਿਰ ਉਸ ਗੱਲ ਨੂੰ ਰਿਪੀਟ ਕੀਤਾ, ਦੁਹਰਾਇਆ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਹੜੇ ਸੱਚੇ ਪਰਮਾਤਮਾ ਦੇ ਨਾਲ ਲਿਵ ਲਾਉਂਦੇ ਨੇ ਨਾ, ਉਹ ਤਾਂ ਲਾਉਂਦੇ ਵੀ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ। ਗੁਰੂ ਕੇ ਸਿੱਖਾ ਉਸ ਵਾਹਿਗੁਰੂ ਦੇ ਕੋਲੋਂ, ਉਸ ਅਕਾਲ ਪੁਰਖ ਦੇ ਕੋਲੋਂ ਕਿਰਪਾ ਮੰਗ। ਕਿਰਪਾ ਤੋਂ ਵੱਡੀ ਕੋਈ ਚੀਜ਼ ਨਹੀਂ। ਸਭੇ ਜੀ ਸਮਾਲ ਆਪਣੀ ਮਿਹਰ ਕਰ। ਇਹ ਅਸੀਂ ਅਰਦਾਸ ਬੇਨਤੀ ਕਰੀਏ ਸਤਿਗੁਰੂ ਪਾਤਸ਼ਾਹ ਸਾਡੇ ਦਇਆ ਕਰਨ। ਨਾਲ ਹੀ ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਦੇ ਚਰਨਾਂ 'ਚ, ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ। ਪਾਤਸ਼ਾਹ ਮੈਨੂੰ ਚੇਤੇ ਆ ਗਿਆ ਜਦੋਂ ਭਾਈ ਰਾਜੋ ਵਾਲੇ ਨੂੰ ਫਾਂਸੀ ਦਾ ਹੁਕਮ ਹੋਣਾ ਸੀ ਨਾ, ਉੱਥੇ ਇਸੇ ਅਰਦਾਸ ਕੀਤੀ ਮੰਜੀ ਸਾਹਿਬ ਸੰਗਤਾਂ ਨੇ, ਤੇ ਉਸ ਗੁਰਮੁਖ ਪਿਆਰੀ ਦੀ ਫਾਂਸੀ ਦਾ ਆਰਡਰ ਕੈਂਸਲ ਹੋ ਗਿਆ, ਟੁੱਟ ਗਈ। ਮੈਨੂੰ ਚੇਤਾ ਹੈ ਤੇ ਮੈਂ ਬੇਨਤੀ ਕਰਾਂਗਾ ਮੇਰੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ, ਤੂੰ ਬੜਾ ਸਮਰੱਥ ਹੈ, ਦੁਨੀਆ ਦੀ ਕੋਈ ਚੀਜ਼ ਜਿਹੜੀ ਤੇਰੇ ਕੋਲ ਨਾ ਮਿਲੇ। ਅੱਜ ਸਾਡੇ ਸਮਾਜ 'ਤੇ ਸੰਕਟ ਆਇਆ, ਕਿਸਾਨ ਭਰਾਵਾਂ 'ਤੇ ਪਰੇਸ਼ਾਨ ਨੇ ਕਈ ਦਿਨਾਂ ਤੋਂ। ਤੇਰੇ ਤੋਂ ਵੱਡਾ ਕੋਈ ਜੱਜ ਨਹੀਂ, ਤੇਰੇ ਤੋਂ ਵੱਡਾ ਕੋਈ ਹਾਕਮ ਨਹੀਂ, ਤੇਰੇ ਤੋਂ ਵੱਡਾ ਕੋਈ ਰਾਜਾ ਨਹੀਂ, ਕਿਉਂਕਿ ਅਸੀਂ ਪੜ੍ਹਦੇ ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਜਿਹੜੇ 4 ਦਿਨਾਂ ਦੇ ਝੂਠੇ ਰਾਜੇ ਨੇ, ਕਿਤੇ ਸਮੱਤ ਬਖਸ਼ ਉਹਨਾਂ ਨੂੰ ਅਕਲ ਆ ਜਾਏ, ਔਰ ਜਿਹੜਾ ਇਹ ਮਸਲਾ ਹੈ ਇਹ ਹੱਲ ਹੋ ਜਾਏ। ਇਹ ਮੈਂ ਦੀਨ ਦੁਨੀਆ ਦੇ ਮਾਲਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ, ਪਾਤਸ਼ਾਹ ਇਸ ਸੰਕਟ ਤੋਂ ਬਚਾ, ਇਸ ਮਸਲੇ ਦਾ ਹੱਲ ਕੱਢ, ਕਿਉਂਕਿ ਤੇਰੇ ਤੋਂ ਵੱਡਾ ਕੋਈ ਹਾਕਮ ਨਹੀਂ। ਦਇਆ ਕਰ, ਮਿਹਰ ਕਰ, ਕਿਉਂਕਿ ਅਸੀਂ ਪੜ੍ਹਦੇ ਹਾਂ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਸਦਾ ਮਿਹਰਬਾਨ। ਅਸੀਂ ਇਹ ਵੀ ਪੜ੍ਹਦੇ ਹਾਂ ਦੁਕਾਲੰਗ ਪਣਾਸੀ, ਤੂੰ ਮਾੜੇ ਸਮੇਂ ਨੂੰ ਨਾਸ਼ ਕਰਨ ਵਾਲਾ, ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਭੂਤੇ। ਰਹਿਮਤ ਕਰ, ਕਿਰਪਾ ਕਰ। ਇਹ ਸਾਡੇ ਭਰਾਵਾਂ, ਇਕੱਲੇ ਕਿਸਾਨਾਂ ਦਾ ਮਸਲਾ ਨਹੀਂ, ਸਾਰਿਆਂ 'ਤੇ ਇਹਦਾ ਪ੍ਰਭਾਵ ਪਏਗਾ। ਸਾਡੇ ਸਾਰਿਆਂ 'ਤੇ ਦਇਆ ਕਰ, ਇਹ ਰਹਿਮਤ ਕਰ, ਔਰ ਉਹਨਾਂ ਆਕੜ ਖੋਣ ਹਾਕਮਾਂ ਨੂੰ ਸਮੱਤ ਬਖਸ਼ ਕਿ ਉਹਨਾਂ ਦੀ ਜਿਹੜੀ ਆਕੜ ਉਹ ਘਟ ਜਾਏ, ਇਹ ਮਸਲਾ ਹੱਲ ਹੋ ਜਾਏ।
ਇਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਇਸ ਜੁਗ ਮਹਿ ਵਿਰਲੇ ਬ੍ਰਾਹਮਣ, ਬ੍ਰਾਹਮ ਬਿੰਦੈ ਚਿਤ ਲਾਏ। ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ, ਸੇ ਨਾਮ ਰਹੇ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।